ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ। ਅੱਜ ਤੁਹਾਨੂੰ ਮੇਰੇ ਪਿੱਛੇ ਹਨੇਰਾ ਹੀ ਹਨੇਰਾ ਲੱਗ ਰਿਹਾ ਹੋਵੇਗਾ। ਪਿੱਛੇ ਥੋੜੀਆਂ ਜਿਹੀਆਂ ਟ੍ਰੈਫਿਕ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ ਹੋਣਗੀਆਂ। ਉਸ ਦਾ ਕਾਰਨ ਇਹ ਹੈ ਕਿ ਵੀ ਮੈਂ ਬਾਹਰ ਆਈ ਹੋਈ ਹਾਂ ਤੇ ਹੈਗੀ ਮੈਂ ਪੰਜਾਬ 'ਚ ਹੀ ਹਾਂ। ਬਾਹਰ ਆਈ ਹੋਈ ਹਾਂ ਤੇ ਬਾਹਰ ਇਸ ਵਕਤ ਮੈਨੂੰ ਇਹੀ ਜਗ੍ਹਾ ਮਿਲੀ ਮੈਂ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਕਰ ਸਕਾਂ ਤੇ ਦਿਲ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਸਾਂਝੀਆਂ ਕਰ ਸਕਾਂ। ਕਿਉਂਕਿ ਜ਼ਰੂਰੀ ਕੀ ਹੈ ਕਿ ਰਾਬਤਾ ਕਾਇਮ ਹੋਏ ਸਾਡਾ। ਜ਼ਰੂਰੀ ਇਹ ਆ ਕਿ ਵਿੱਚ ਮਿਸ ਜਿਹੜਾ ਹੈ ਉਹ ਨਾ ਹੋਏ। ਕੋਸ਼ਿਸ਼ ਪੂਰੀ ਹੈ। ਮੈਨੂੰ ਲੱਗਦਾ ਕਿ ਅੱਜ ਦੀਆਂ ਖਬਰਾਂ ਜਿਹੜੀਆਂ ਸਨ, ਹਾਈਲਾਈਟਸ ਜਿਹੜੀਆਂ ਸਨ, ਉਹ ਮਿਸ ਹੋ ਸਕਦੀਆਂ ਸਨ, ਪਰ ਮੈਂ ਜਿੱਥੇ ਸੀਗੀ ਉਥੋਂ ਦਗੜ ਕਰਕੇ ਤੁਹਾਡੇ ਕੋਲ ਪਹੁੰਚੀ ਹੈਗੀ ਆ। ਸੋ ਠੰਡ ਜਿਹੜੀ ਹੈ ਬਹੁਤ ਜ਼ਿਆਦਾ, ਕਿਉਂਕਿ ਮੈਂ ਬਾਹਰ ਖੜੀ ਆ ਤੇ ਕਿਉਂਕਿ ਅੰਦਰ ਸਪੇਸ ਨਹੀਂ ਸੀ ਮੇਰੇ ਕੋਲ ਤੁਹਾਨੂੰ ਖਬਰਾਂ ਦੱਸਣ ਦੀ। ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀ। ਸੋ ਮੈਂ ਇੱਕ ਕੋਨਾ ਲੱਭਿਆ ਜਿੱਥੇ ਮੈਂ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਕਰ ਸਕਾਂ। ਸੋ ਅੱਜ ਦੀਆਂ ਖਬਰਾਂ ਬਹੁਤ ਖਾਸ ਹੈਗੀਆਂ ਨੇ। ਖੈਰ, ਮੌਸਮ ਦੀ ਖਬਰ ਤਾਂ ਅਸੀਂ ਨਹੀਂ ਲੈਂਦੇ ਹੁੰਦੇ, ਪਰ ਮੌਸਮ ਤੇ ਅਸੀਂ ਗੱਲਬਾਤ ਜਿਹੜੀ ਉਹ ਕਰ ਲੈਂਦੇ ਹੁੰਦੇ ਆ। ਤੇ ਮੌਸਮ ਜਿਹੜਾ ਹੈ ਬੜਾ ਹੀ ਕਰੜਾ ਹੋ ਗਿਆ। ਬਹੁਤ ਜ਼ਿਆਦਾ ਮੌਸਮ ਵਿਭਾਗ ਦੇ ਅਲਰਟਸ ਆ ਰਹੇ ਆ। 2 ਦਿਨ ਦੇ ਪਿੱਛੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬਿਲਕੁਲ ਧੁੱਪ ਹੀ ਨਹੀਂ ਨਿਕਲੀ ਹੈਗੀ। ਅੱਜ ਹਲਕੀ ਫੁਲਕੀ ਧੁੱਪ ਜਿਹੜੀ ਉਹ ਦੇਖਣ ਨੂੰ ਮਿਲੀ। ਸਿਰਫ ਦੇਖਣ ਨੂੰ ਮਿਲੀ, ਮਾਣਨ ਨੂੰ ਨਹੀਂ ਮਿਲੀ। ਕਿਤੇ ਵਕਤ ਨਹੀਂ ਸੀ ਤੇ ਉਨੀ ਕੁ ਧੁੱਪ ਵੀ ਨਹੀਂ ਸੀ ਕਿ ਮਾਣੀ ਜਾ ਸਕੇ। ਹੋਇਆ ਕਿ ਕੁਛ ਕੁ ਫਲਾਈਟਸ ਜਿਹੜੀਆਂ ਨੇ ਉਹ ਵੀ ਡਿਲੇ ਹੋਈਆਂ ਨੇ, ਰੱਦ ਹੋਈਆਂ ਨੇ। ਪਿੱਛੋਂ ਦੇਖੋ ਆਵਾਜ਼ਾਂ ਆ ਰਹੀਆਂ ਪਿੱਛੇ, ਕਿਉਂਕਿ ਰਾਤ ਦਾ ਵਕਤ ਹੈਗਾ। ਪਿੱਛੋਂ ਕੁੱਤਿਆਂ ਦੀਆਂ ਵੀ ਆਵਾਜ਼ਾਂ ਆ ਰਹੀਆਂ, ਟ੍ਰੈਫਿਕ ਦੀਆਂ ਵੀ ਆਵਾਜ਼ਾਂ ਆ ਰਹੀਆਂ। ਮਾਫੀ ਚਾਹਾਂਗੀ, ਮੈਂ ਉੱਥੇ ਖੜੀ ਹੈਗੀ ਆ। ਸੋ ਅਸੀਂ ਮੌਸਮ ਤੇ ਵਾਪਸ ਆਉਣੇ ਹੈਗੇ ਆ ਕਿ ਪੰਜਾਬ ਵਿੱਚ ਮੌਸਮ ਵਿਭਾਗ ਨੇ ਜਿਹੜਾ ਹੈ ਉਹ ਔਰੇਂਜ ਅਲਰਟ ਕਰ ਦਿੱਤਾ ਹੈਗਾ। ਸੋ ਜਿਹੇ ਵਿੱਚ ਥੋੜਾ ਜਿਹਾ ਖਤਰਾ ਵੀ ਰਹਿੰਦਾ। ਹੁਣ ਜਿਹੜੀ ਧੁੰਦ ਵਿੱਚ ਜੰਮੂ ਦੀ ਫਲਾਈਟ ਦੀ ਅੰਮ੍ਰਿਤਸਰ ਵਿੱਚ ਐਮਰਜੈਂਸੀ ਲੈਂਡਿੰਗ ਹੋਈ ਹੈਗੀ ਆ ਧੁੰਦ ਕਰਕੇ। ਸੋ ਧੁੰਦ ਕਿੰਨੀ ਹੈ ਇਹ ਤੁਸੀਂ ਸਮਝ ਸਕਦੇ ਹੈਗੇ ਹੋ। ਅੱਜ ਦੀਆਂ ਖਬਰਾਂ ਤੇ ਆਉਂਦੇ ਆ ਕਿ ਸਭ ਤੋਂ ਪਹਿਲਾਂ ਅਸੀਂ ਕਿਹੜੀ ਖਬਰ ਦੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਗੱਲ ਕਰਨੀ ਹੈਗੀ ਆ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ ਆ ਤੇ ਇਹ ਬਹੁਤ ਤਗੜੀ ਜਿਹੜੀ ਮੁੱਠਭੇੜ ਹੋਈ ਹੈਗੀ ਆ। ਇਹ ਇੱਕ ਲੜਾਈ ਸੀ, ਇੱਕ ਤਰੀਕੇ ਦੀ ਕ੍ਰਾਸ ਫਾਇਰਿੰਗ ਹੋ ਰਹੀ ਸੀ। ਗੈਂਗਸਟਰ ਜਿਹੜੇ ਗੋਲੀਆਂ ਵਰਾ ਰਹੇ ਸਨ, ਪੁਲਿਸ ਵੱਲੋਂ ਵਰਾਈਆਂ ਜਾ ਰਹੀਆਂ ਸਨ। ਇਹ ਅੰਮ੍ਰਿਤਸਰ ਦੇ ਵਿੱਚ ਹੋਇਆ। ਕਿਹਨੂੰ ਗੋਲੀ ਲੱਗੀ, ਕੌਣ ਜਿਹੜਾ ਹੈ ਉਹ ਬਚ ਨਿਕਲਿਆ, ਇਸ ਸਭ ਬਾਰੇ ਜਿਹੜੀ ਹੈ ਅਸੀਂ ਡਿਸਕਸ਼ਨ ਕਰਨੀ ਹੈਗੀ ਆ। ਨਾਲੋਂ ਨਾਲ ਖਬਰਾਂ ਦੇ ਪੁਆਇੰਟਰਸ ਜਿਹੜੇ ਉਹ ਮੈਂ ਬਣਾ ਲੈਣੀ ਹੁੰਦੀ ਆ ਤਾਂ ਕਿ ਮੈਂ ਖੁਦ ਕੁਝ ਸਕਿਪ ਨਾ ਕਰ ਜਾ। ਕਦੀ ਹੁੰਦਾ ਕਿਉਂਕਿ ਪੂਰੇ ਦਿਨ 'ਚ ਅੱਜ ਕੱਲ੍ਹ ਖਬਰਾਂ ਇੰਨੀਆਂ ਕੁ ਹੋ ਜਾਂਦੀਆਂ ਨੇ ਤੇ ਇਦਾਂ ਲੱਗਦਾ ਹੈ ਕਿ ਪ੍ਰੋਗਰਾਮ ਹੀ ਜਿਹੜਾ ਉਹ 1 ਘੰਟੇ ਦਾ ਹੋਵੇ, ਕਿਉਂਕਿ ਅੱਧੇ ਘੰਟੇ 'ਚ ਖਬਰਾਂ ਜਿਹੜੀਆਂ ਸਮ ਅਪ ਨਹੀਂ ਹੁੰਦੀਆਂ। ਪਰ ਆਪਣੇ ਵੱਲੋਂ ਕੋਸ਼ਿਸ਼ ਇਹੀ ਰਹਿੰਦੀ ਆ ਕਿ ਹਰ ਲਿਹਾਜ਼ ਦੇ ਨਾਲ ਤੇ ਹਰ ਤਰੀਕੇ ਦੇ ਨਾਲ ਤੁਹਾਨੂੰ ਤਰਤੀਬ ਨਾਲ ਖਬਰ ਦਸੀਏ। ਮਤਲਬ ਤਰਤੀਬ ਤੇ ਹੋਵੇ ਹੀ ਹੋਵੇ, ਨਾਲ ਦੇ ਨਾਲ ਇਹ ਨਹੀਂ ਕਿ ਖਬਰ ਦੱਸਿਆ 2 ਲਾਈਨਾਂ ਬੋਲੀਆਂ ਤੇ ਚਲੋ ਓਕੇ, ਖਬਰ ਦੱਸੀ 2 ਲਾਈਨਾਂ ਬੋਲੀਆਂ ਤੇ ਚਲੋ ਓਕੇ। ਨਹੀਂ, ਇਦਾਂ ਮੇਰੇ ਤੋਂ ਹੁੰਦਾ ਨਹੀਂ ਹੈਗਾ। ਮੈਂ ਖਬਰ ਬਾਰੇ ਪ੍ਰੋਪਰ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਤੇ ਪ੍ਰੋਪਰ ਗੱਲ ਕਰਨੀ ਹੁੰਦੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇੱਕ ਤੇ ਆਪਾਂ ਦੀ ਇਹ ਵਾਲੀ ਖਬਰ ਹੋਗੀ ਜਿਹੜੀ ਅੰਮ੍ਰਿਤਸਰ ਵਾਲੀ ਗੈਂਗਸਟਰ ਵਾਲੀ ਹੈ ਨਾ। ਦੂਜੀ, ਸਿੱਧੂ ਮੂਸੇਵਾਲਾ ਦੇ ਘਰ ਤੇ ਹਮਲਾ ਹੋ ਸਕਦਾ ਹੈ। ਅਜਿਹੀਆਂ ਇਨਪੁਟਸ ਨਿਕਲ ਕੇ ਸਾਹਮਣੇ ਆਈਆਂ ਨੇ। ਪਿੰਡ ਮੂਸਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਚੈਕਿੰਗ ਜਿਹੜੀ ਹੈ ਹੋ ਰਹੀ ਹੈ, ਤਲਾਸ਼ੀ ਹੋ ਰਹੀ ਹੈ। ਇਸ ਬਾਬਤ ਗੱਲ ਕਰਨੀ ਜਿਹੜੀ ਉਹ ਬਣਦੀ ਹੈਗੀ ਆ। ਹਾਲਾਂਕਿ ਪਹਿਲੇ ਸ਼ੋਅ ਦੇ ਵਿੱਚ ਇਸ ਬਾਬਤ ਗੱਲ ਜਿਹੜੀ ਆ ਹੋ ਚੁੱਕੀ ਹੈਗੀ ਹੈ, ਪਰ ਅਸੀਂ ਕੁਝ ਹੋਰ ਇਨਪੁਟਸ ਲੈ ਕੇ ਆਏ ਹੈਗੇ ਆ। ਉਸ ਮੁਤਲਕ ਦੀ ਜਿਹੜੀ ਹੈ ਗੱਲ ਕੀਤੀ ਜਾਏਗੀ। ਤੀਜੀ ਹੁਣ ਜਿਹੜੀ ਗੱਲ ਹੈਗੀ ਆ ਰਾਜਾ ਵੜਿੰਗ ਦੀ ਗੱਲ ਹੈਗੀ ਆ। ਰਾਜਾ ਵੜਿੰਗ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੇ ਇੱਕ ਬੜੀ ਹੀ ਭਾਰੀ ਕਵਾਂਗੀ, ਭਾਰੀ ਕਹਿੰਦੇ ਉਹਨੂੰ, ਭਾਰੀ ਵਾਲੀ ਸਟੇਟਮੈਂਟ ਜਿਹੜੀ ਉਹ ਦਿੱਤੀ ਹੈਗੀ ਆ। ਰਾਜਾ ਵੜਿੰਗ ਨੇ ਕਿਹਾ ਹੈ ਕਿ ਮੈਂ ਤੇ ਨਵਜੋਤ ਸਿੰਘ ਸਿੱਧੂ ਦੇ ਹੇਠਾਂ ਵੀ ਕੰਮ ਕਰ ਲਵਾਂਗਾ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਉਹਨਾਂ ਨੇ ਅਜਿਹਾ ਕਿਉਂ ਕਿਹਾ, ਕਿਹੜੀ ਗੱਲ ਜਿਹੜੀ ਹੈ ਉਹਨਾਂ ਨੂੰ ਚੰਗੀ ਲੱਗੀ ਸਿੱਧੂ ਦੀ, ਜਾਂ ਫਿਰ ਮਾੜੀ ਲੱਗੀ, ਜਾਂ ਫਿਰ ਤੰਜ ਸੀ, ਇਸ ਬਾਰੇ ਤਫਸੀਲ ਨਾਲ ਗੱਲ ਕਰਨੀ ਬਣਦੀ ਹੈਗੀ ਹੈ। ਕਿਉਂਕਿ ਰਾਜਾ ਵੜਿੰਗ ਨੇ ਹੁਣ ਪ੍ਰਧਾਨ ਨੇ, ਉਹਨਾਂ ਦੀ ਗੱਲ ਤਾਂ ਸੁਣਨੀ ਬਣਦੀ ਹੈਗੀ ਆ। ਤੇ ਜਿਹੜੀ ਅੰਦਰਲੀ ਟਸਲ ਚੱਲ ਰਹੀ ਹੈਗੀ ਆ ਉਸ ਬਾਬਤ ਤੇ ਅਸੀਂ ਅਕਸਰ ਗੱਲ ਕਰਦੇ ਰਹਿੰਦੇ ਆ। ਅੱਗੇ ਨੂੰ ਚੱਲਦੇ ਆ, ਜਿਹੜੀ ਬਾਕੀ ਖਬਰ ਲਵਾਂਗੇ। ਇਹ ਬੜੀ ਖਤਰਨਾਕ ਜੀ ਖਬਰ ਹੈਗੀ ਆ। ਸਨੈਚਰਸ ਜਿਹੜੇ ਝਪਟਮਾਰ ਹੁੰਦੇ ਨੇ, ਉਹਨਾਂ ਨੂੰ ਫੜ ਲਿਆ ਕਿਤੇ ਲੋਕਾਂ ਨੇ, ਸਾਰੇ ਕੱਪੜੇ ਉਤਰਵਾਤੇ। ਮਤਲਬ ਅਲਫ ਨੰਗਾ ਕਰਤਾ, ਪੂਰਾ ਨੰਗਾ ਕਰਤਾ, ਇੱਕ ਵੀ ਕੱਪੜਾ ਸਰੀਰ ਤੇ ਨਹੀਂ ਰਹਿਣ ਦਿੱਤਾ। ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਹਾਲ ਕੀਤਾ, ਉਤੋਂ ਇੰਨੀ ਠੰਡ, ਉਤੋਂ ਠੰਡ ਦੇ ਵਿੱਚ ਮਾਰ, ਉਤੋਂ ਜਲੂਸ, ਇਹ ਜੋ ਵੀ ਕੁਝ ਹੋਇਆ ਇਹ ਦੇਖ ਕੇ ਹਿਰਦਾ ਜਿਹੜਾ ਹੈ ਉਹ ਇਦਾਂ ਹੋ ਰਿਹਾ ਸੀ ਕਿ ਜਿਵੇਂ ਇਹ ਸਭ ਜਿਹੜਾ ਰੁਕ ਜਾਏ, ਇਹ ਨਾ ਹੋਏ। ਸਨੈਚਰਸ ਹੈਗੇ ਨੇ, ਉਹਨਾਂ ਨੂੰ ਕਾਨੂੰਨ ਸਜ਼ਾ ਦੇ, ਪਰ ਇਹ ਜੋ ਕੁਝ ਹੋ ਰਿਹਾ ਹੈਗਾ ਇਹ ਬਹੁਤ ਜ਼ਿਆਦਾ ਲੱਗ ਰਿਹਾ ਸੀ। ਇਸ ਬਾਬਤ ਵੀ ਗੱਲ ਕਰਨੀ ਹੈਗੀ ਆ। ਫਿਰ ਅੱਗੇ
कोरोना की गल करनी बहुत ज़्यादा जरूरी है। पंजाब सरकार जिहड़ी है उसने जिहड़ी समीक्षा ते करनी शुरू कर दी है, डीसीज नूं भी निर्देश देने शुरू कर दिते ने, पर कित्थे सुस्त हैगी कोरोना नूं लैके ते कित्थे ਉਹ ਕਿਹੜੀ ਜਗ੍ਹਾ ਆ ਜਿੱਥੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਵੇਟਿੰਗ ਚੱਲ ਰਹੀ ਹੈ, ਉਹ ਕਿਹੜੀ ਜਗ੍ਹਾ ਆ ਜਿੱਥੇ ਕਲਾਸਰੂਮਸ ਦੇ ਅੰਦਰ ਵਿਦਿਆਰਥੀਆਂ ਨੂੰ ਡ੍ਰਿਪ ਲੱਗ ਰਹੇ ਨੇ, ਉਹ ਕਿਹੜੀ ਜਗ੍ਹਾ ਆ ਜਿੱਥੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ। ਚੀਨ ਤੋਂ ਇਲਾਵਾ ਹੋਰ ਕਿਹੜੀਆਂ ਥਾਵਾਂ ਤੇ ਇਸ ਦਾ ਅਸਰ ਪੈ ਰਿਹਾ ਹੈਗਾ, ਜਿਹੜਾ ਨਵਾਂ ਵੇਰੀਐਂਟ ਹੈ ਉਹ ਕਿੰਨਾ ਜ਼ਿਆਦਾ ਖਤਰਨਾਕ ਹੈ, ਇਸ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਇੱਕ ਤੇ ਨੌਲੇਜ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਦੂਜਾ ਇਹਤਿਆਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤੀਜਾ ਕਿੱਥੇ ਕਿੱਥੇ ਕੀ ਹੋ ਰਿਹਾ ਇਹ ਜਾਣਨਾ ਵੀ ਇਸ ਵਕਤ ਤੇ ਜ਼ਰੂਰੀ ਹੁੰਦਾ, ਕਿਉਂਕਿ ਹਰ ਪਰਤ ਜਿਹੜੀ ਹੈ, ਹਰ ਲੈ ਜਿਹੜੀ ਉਹ ਸਾਡੇ ਨਾਲ ਜੁੜੀ ਹੋਈ ਹੈ ਤੇ ਇੱਕ ਸਰਕਲ ਹੈਗਾ ਜਿਹੜਾ ਘੁੰਮ ਕੇ ਸਾਡੇ ਵੱਲ ਨੂੰ ਆ ਜਾਂਦਾ। ਘੱਟੋ ਘੱਟ ਅਸੀਂ ਕਰੋਨਾ ਬਾਰੇ ਤਾਂ ਅਜਿਹਾ ਜਿਹੜਾ ਹੈ ਉਹ ਕਹਿ ਹੀ ਸਕਦੇ ਹੈਗੇ ਆ। ਸੋ ਜੇ ਅਸੀਂ अगली गल करिए, लाड़ियां नहीं मिल रही, लाड़ियां दुल्हन मिल ही नहीं रही, घर वाली मिल नहीं रही, मतलब घर वाली नहीं ਵਿਆਹ ਕਰਨ ਨੂੰ ਕੁੜੀ ਜਿਹੜੀ ਹੈ ਉਹ ਮਿਲ ਨਹੀਂ ਰਹੀ ਤੇ ਇਸ ਬਾਬਤ ਲਾੜਿਆਂ ਨੇ ਸਿਹਰਾ ਪਾ ਕੇ ਵਿਰੋਧ ਕੀਤਾ ਹੈਗਾ ਪੂਰੇ ਲਾੜੇ ਦੇ ਕਾਸਟਿਊਮ ਦੇ ਵਿੱਚ। ਅੱਜ ਤੱਕ ਤੁਸੀਂ ਇੰਨਾ ਅਨੋਖਾ ਵਿਰੋਧ ਜਿਹੜਾ ਹੈ ਉਹ ਦੇਖਿਆ ਨਹੀਂ ਹੋਣਾ। ਇਸ ਬਾਬਤ ਵੀ ਗੱਲ ਕਰਾਂਗੇ। ਕੋਸ਼ਿਸ਼ ਹੁੰਦੀ ਹੈ ਕਿ ਜਾਂਦੇ ਜਾਂਦੇ ਕੁਝ ਅਜਿਹੀ ਖਬਰ ਤੇ ਗੱਲ ਹੋ ਜਾਏ ਜਿਹੜੀ ਕਿ ਥੋੜੀ ਜਿਹੀ ਲਾਈਟ ਹੋਏ, ਜਿਸ ਤੇ ਥੋੜਾ ਜਿਹਾ ਅਸੀਂ ਹਲਕਾ ਫੁਲਕਾ ਮਹਿਸੂਸ ਕਰ ਸਕੀਏ, ਕਿਉਂਕਿ ਪਹਿਲੀਆਂ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹ ਬੇਹੱਦ ਹੈਵੀ ਹੁੰਦੀਆਂ ਨੇ। ਅਸੀਂ ਪੋਲੀਟੀਕਲ ਗੱਲ ਵੀ ਕਰਨੀ ਹੁੰਦੀ ਹੈ, ਅਸੀਂ ਕ੍ਰਾਈਮ ਦੀ ਗੱਲ ਵੀ ਕਰਨੀ ਹੁੰਦੀ ਆ, ਤੇ ਜਦੋਂ ਇਸ ਸਾਰੀਆਂ ਦੀਆਂ ਸਾਰੀਆਂ ਗੱਲਾਂ ਆਪਾਂ ਕਰ ਲੈਂਦੇ ਹੁੰਦੇ ਆ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਵੀ ਹੁਣ ਜਿਹੜਾ ਹੈ ਕੰਮ ਮੁਕੰਮਲ ਹੋਇਆ ਹੈਗਾ ਤੇ ਐਂਡ ਤੇ ਜਾਂਦੇ ਜਾਂਦੇ ਇੱਕ ਅਜਿਹੀ ਗੱਲ ਵੀ ਜ਼ਰੂਰੀ ਹੁੰਦੀ ਆ ਜਿਹੜੀ ਕਿ ਥੋੜਾ ਜਿਹਾ ਲਾਈਟ ਕਰ ਜਾਏ। ਇਹ ਸਾਡੀ ਨੇਚਰ ਹੁੰਦੀ ਆ। ਉਹ ਕਹਿੰਦੇ ਆ ਅੰਤ ਭਲਾ ਤੋ ਸਭ ਭਲਾ। ਅਸੀਂ ਭਲਾ ਤੇ ਕੀ ਕਰ ਰਹੇ ਹੈਗੇ ਆ, ਮਤਲਬ ਖਬਰਾਂ ਤੇ ਉੱਥੇ ਹੀ ਆ, ਪੁਲਿਸ ਨੇ ਕਾਰਵਾਈ ਕਰਨੀ ਆ। ਸਾਡਾ ਕੰਮ ਥੋੜਾ ਜਾਗਰੂਕ ਕਰਨ ਦਾ ਵੀ ਹੈਗਾ ਤੇ ਸਭ ਤੋਂ ਵੱਡਾ ਕੰਮ ਤੇ ਸਾਡਾ ਇਹੀ ਆ, ਅਸੀਂ ਇਮਾਨਦਾਰ ਰਹੀਏ। ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਹੈਗੀ ਆ ਤੇ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੈਨੀਪਾਲ ਸ਼ੋਅ ਦੇ ਵਿੱਚ ਬੈਨੀਪਾਲ ਸਾਹਿਬ ਵੀ ਇਹੀ ਕਰਦੇ ਰਹੇ ਆ ਤੇ ਮੈਂ ਵੀ ਇਸੇ ਲਈ ਤੇ ਹੀ ਚੱਲ ਰਹੀ ਹੈਗੀ ਆ। ਸੋ ਤੁਸੀਂ ਟੈਨਸ਼ਨ ਨਹੀਂ ਲੈਣੀ, ਖਬਰ ਤੁਹਾਨੂੰ ਹਰ ਕੋਈ ਦੱਸੀ ਜਾਏਗੀ, ਤਫਸੀਲ ਨਾਲ ਦੱਸੀ ਜਾਏਗੀ ਤੇ ਅਨਫਿਲਟਰਡ ਦੱਸੀ ਜਾਏਗੀ। ਸੋ ਹੁਣ ਪਹਿਲੀ ਖਬਰ ਤੋਂ ਸ਼ੁਰੂਆਤ ਕਰ ਰਹੇ ਹਾਂ ਦ ਬੈਨੀਪਾਲ ਸ਼ੋਅ ਦੀ। ਅਸੀਂ ਅੱਜ ਕੱਲ ਜਦੋਂ ਗੈਂਗਸਟਰਵਾਦ ਤੇ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਕੋਲ ਗੈਂਗਸਟਰਵਾਦ ਤੋਂ ਇਲਾਵਾ ਕੋਈ ਹੋਰ ਮੁੱਦਾ ਹੀ ਨਹੀਂ ਰਹਿ ਗਿਆ। ਜਰਨਲਿਸਟ ਜਿਹੜੇ ਨੇ ਉਹ ਗੈਂਗਸਟਰਵਾਦ ਦੀ ਗੱਲ ਕਰਦੇ ਨੇ, ਵੀਡੀਓਜ਼ ਜਿਹੜੀਆਂ ਨੇ ਉਹ ਇਹੋ ਜਿਹੀਆਂ ਦਿਖਾਉਂਦੇ ਨੇ, ਖਬਰਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਸੁਣਾਉਂਦੇ ਨੇ। ਇਹ ਅਕਸਰ ਜਿਹੜੀਆਂ ਨੇ ਤੁਹਮਤਾਂ ਲੱਗ ਜਾਂਦੀਆਂ ਨੇ। ਪਰ ਕੀ ਕਰੀਏ ਦੱਸੋ, ਕਰੀਏ ਕੀ ਜਦੋਂ ਆਏ ਦਿਨ ਅਜਿਹਾ ਹੋ ਰਿਹਾ ਹੋਵੇ। ਜਦੋਂ ਕੋਈ ਫੜਿਆ ਜਾਂਦਾ ਤਾਂ ਵੀ ਤੁਹਾਨੂੰ ਦੱਸਦੇ ਆ, ਜਦੋਂ ਕੋਈ ਫਰਾਰ ਹੋ ਜਾਂਦਾ ਤਾਂ ਵੀ ਤੁਹਾਨੂੰ ਦੱਸਦੇ ਆ, ਜੇ ਨਹੀਂ ਦੱਸਾਂਗੇ ਤਾਂ ਵੀ ਗੱਲ ਅਧੂਰੀ ਰਹਿ ਜਾਏਗੀ। ਪਰ ਅੱਜ ਗੱਲ ਬਹੁਤ ਵੱਡੀ ਹੈ, ਅੱਜ ਕੱਲ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਯਕੀਨ ਮੰਨਣਾ ਬਹੁਤ ਸਾਰੀਆਂ ਖਬਰਾਂ ਨੂੰ ਜਿਹੀਆਂ ਨੂੰ ਮੈਂ ਸਕਿਪ ਵੀ ਕਰਦੀ ਹਾਂ ਕਿ ਆਏ ਦਿਨ ਤੇ ਗੈਂਗਸਟਰ ਕਦੀ ਫਰਾਰ ਹੋ ਰਹੇ ਨੇ, ਕਦੀ ਫੜੇ ਜਾ ਰਹੇ ਨੇ, ਕਦੀ ਇਹਨਾਂ ਤੋਂ ਬਰਾਮਦਗੀਆਂ ਹੋ ਰਹੀਆਂ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਮੈਂ ਕਹਿੰਦੀ ਚੱਲ ਰਹਿਣ ਦਿਓ, ਜਦੋਂ ਕੋਈ ਬਹੁਤ ਵੱਡੀ ਗੱਲ ਹੋਏਗੀ ਉਸ ਬਾਰੇ ਗੱਲ ਕਰਾਂਗੇ, ਕਿਉਂਕਿ ਇਹ ਤਾਂ ਹੁਣ ਰੂਟੀਨ ਕੰਮ ਲੱਗਦਾ ਹੈਗਾ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਹਰਿਆਣੇ ਦੀ ਗੱਲ ਕਰਦੇ ਹਾਂ। ਸੋ ਅਜਿਹੇ ਵਿੱਚ ਅੱਜ ਇਹ ਗੱਲ ਕਰਨੀ ਕਿਉਂ ਜ਼ਰੂਰੀ ਆ? ਅੱਜ ਅਸੀਂ ਗੈਂਗਸਟਰਵਾਦ ਤੇ ਗੱਲ ਨਹੀਂ ਕਰ ਰਹੇ, ਅਸੀਂ ਇਸ ਖਾਸ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ, ਇਸ ਖਾਸ ਖਬਰ ਦੇ ਉੱਤੇ ਗੱਲ ਕਰ ਰਹੇ ਹਾਂ। ਤੇ ਇਸ ਖਬਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੱਡੀ ਮੁੱਠਭੇੜ ਹੋਈ ਹੈ। ਦੋ ਲੋਕ ਜਿਨ੍ਹਾਂ ਨੂੰ ਬਦਮਾਸ਼ ਕਹਿ ਲਓ, ਗੈਂਗਸਟਰ ਕਹਿ ਲਓ, ਕਿਉਂਕਿ ਗੈਂਗਸਟਰ ਕਹਿਣ ਦੇ ਵਿੱਚ ਆਪਣੀ ਬੜੀ ਟੌਰ ਸਮਝਦੇ ਹੈਗੇ ਆ। ਅਸੀਂ ਗੈਂਗਸਟਰ ਮਤਲਬ ਕਿਤੋਂ ਦਾ ਰਾਜਾ ਹੋਣਾ ਇਹਨਾਂ ਵਾਸਤੇ। ਸੋ ਇਹ ਦੋ ਲੋਕ ਜਿਹੜੇ ਇਹਨਾਂ ਨੇ ਫਿਰੌਤੀ ਮੰਗੀ ਇੱਕ ਪ੍ਰਾਪਰਟੀ ਡੀਲਰ ਤੋਂ 20 ਲੱਖ ਦੀ ਫਿਰੌਤੀ ਮੰਗੀ। ਹੁਣ ਇਹ ਆਏ, ਪੁਲਿਸ ਨੂੰ ਜਿਹੜਾ ਪਤਾ ਲੱਗ ਗਿਆ, ਇਸ ਦਰਮਿਆਨ ਫਾਇਰਿੰਗ ਉਧਰੋਂ ਵੀ ਹੋਈ, ਫਾਇਰਿੰਗ ਇਧਰੋਂ ਵੀ ਹੋਈ ਤੇ ਇੱਕ ਬੰਦੇ ਦੇ ਜਿਹੜੀ ਹੈ ਇੱਕ ਗੈਂਗਸਟਰ ਦੇ ਲੱਤ ਤੇ ਗੋਲੀ ਲੱਗ ਜਾਂਦੀ ਹੈਗੀ ਆ ਤੇ ਉਸ ਨੂੰ ਪੁਲਿਸ ਫੜਨ ਦੇ ਵਿੱਚ ਕਾਮਯਾਬ ਹੋ ਜਾਂਦੀ ਆ, ਜਦਕਿ ਦੂਜਾ ਬੰਦਾ ਜਿਹੜਾ ਹੈ, ਦੂਜਾ ਗੈਂਗਸਟਰ ਜਿਹੜਾ ਹੈ ਉਹ ਫਰਾਰ ਹੋ ਜਾਂਦਾ ਹੈਗਾ। ਸੋ ਕੀ ਨਾਂ ਹੈਗੇ ਨੇ ਇਹਨਾਂ ਦੇ ਥੋੜਾ ਜਿਹਾ ਜ਼ਿਕਰ ਕਰ ਦਿੰਦੇ ਆ, ਕਿਉਂਕਿ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਇੱਕ ਗੈਂਗਸਟਰ ਨੂੰ ਫੜਨ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕੀਤੀ ਹੈਗੀ ਆ। ਸੋ ਜਾਣਕਾਰੀ ਇਹ ਮਿਲੀ ਹੈ ਕਿ ਅੰਮ੍ਰਿਤਸਰ ਦੇ 88 ਫੀਟ ਰੋਡ ਤੇ ਬਾਈਪਾਸ ਦੇ ਵਿੱਚ ਇਹ ਪੂਰੀ ਦੀ ਪੂਰੀ ਜਿਹੜੀ ਉਹ ਵਾਰਦਾਤ ਹੋਈ ਹੈਗੀ ਆ ਤੇ 20 ਲੱਖ ਰੁਪਏ ਜਿਹੜੇ ਉਹ ਮੰਗੇ ਗਏ ਸੀ ਤੇ ਅਮਨ ਨਾਮ ਦਾ ਗੈਂਗਸਟਰ ਜਿਹੜਾ ਹੈ ਉਹ ਪੁਲਿਸ ਦੇ ਹੱਥੇ ਚੜਿਆ, ਜਿਹੜਾ ਅਮਨ ਨਾਮ ਦਾ ਗੈਂਗਸਟਰ ਹੈਗਾ। ਸੋ ਇੱਕ ਪੁਲਿਸ ਵਾਲਾ ਵੀ ਇਸ ਦੇ ਵਿੱਚ, ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਜ਼ਖਮੀ ਹੋਇਆ ਹੈਗਾ, ਕਿਉਂਕਿ ਤੁਹਾਨੂੰ ਦੱਸਿਆ ਕਿ ਕ੍ਰਾਸ ਫਾਇਰਿੰਗ ਹੋ ਰਹੀ ਸੀ, ਜਵਾਬੀ ਫਾਇਰਿੰਗ ਕੀਤੀ ਜਾ ਰਹੀ ਸੀ। ਹੁਣ ਇਸ ਘਟਨਾ ਵਿੱਚ ਇੱਕ ਗੁਰਜੀਤ ਸਿੰਘ ਨਾਂ ਦਾ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਤੇ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਹੁਣ ਇਲਾਜ ਦੇ ਬਾਅਦ ਹੀ ਪੁੱਛਤਾਛ ਹੋਏਗੀ
क्योंकि गोली लगी हुई है, गोली लगी है, इस दरम्यान पुछताछ जिहड़ी है नहीं हो सकती हैगी। सो इलाज तो बाद जिहड़ी है पुछताछ की जाएगी कि कुछ निकल के सामने आउंदा है ते पुछताछ दे विच जो भी कुछ निकल के सामने आएगा उस तुहानूं जरूर दसांगे। पर ਇਹ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਹੈਗੀਆਂ, ਇਹ ਜਦੋਂ ਖਬਰ ਦੇਖੀ ਦੀ ਹੈਗੀ ਆ, ਇਹ ਸ਼ਾਮ ਢਲਣ ਤੋਂ ਬਾਅਦ ਜਦੋਂ ਇਹ ਖਬਰ ਆਉਂਦੀ ਹੈਗੀ ਆ ਤੇ ਯਕੀਨ ਮੰਨੋ ਕਿ ਇੱਕ ਵਾਰੀ ਤੇ ਪੂਰਾ ਪੰਜਾਬ ਕੰਬ ਜਾਂਦਾ ਹੈ ਕਿ ਜਿਸ ਤਰ੍ਹਾਂ ਇੱਥੇ ਪਤਾ ਨਹੀਂ ਕੀ ਹੋ ਗਿਆ, ਕਿਉਂਕਿ ਅੰਮ੍ਰਿਤਸਰ ਤੁਹਾਨੂੰ ਪਤਾ ਹੈ ਕਿ ਬੜਾ ਚਹਿਲ ਪਹਿਲ ਵਾਲਾ ਰੌਣਕਾਂ ਵਾਲਾ ਸ਼ਹਿਰ ਹੈ। ਅੰਮ੍ਰਿਤਸਰ ਹੋ ਗਿਆ, ਲੁਧਿਆਣਾ ਹੋ ਗਿਆ, ਜਲੰਧਰ ਹੋ ਗਿਆ, ਪਟਿਆਲਾ ਹੋ ਗਿਆ, ਇਹ ਸਾਰੇ ਦੇ ਸਾਰੇ ਸ਼ਹਿਰ ਜਿਹੜੇ ਨੇ ਇੱਥੇ ਚਹਿਲ ਪਹਿਲ ਜਿਹੜੀ ਉਹ ਲੱਗੀ ਰਹਿੰਦੀ ਹੈਗੀ। ਇਸ ਦਰਮਿਆਨ ਕੋਈ ਗੋਲੀਆਂ ਵਰਾਉਣਾ ਸ਼ੁਰੂ ਕਰ ਦੇ, ਉਧਰੋਂ ਪੁਲਿਸ ਹੋਵੇ, ਉਧਰੋਂ ਗੈਂਗਸਟਰ ਹੋਣ, ਤਾਂ ਇਹ ਨੋਰਮਲ ਨਹੀਂ ਲੱਗਦਾ ਹੈਗਾ। ਇਦਾਂ ਲੱਗਦਾ ਹੈਗਾ ਜਿਵੇਂ ਸ਼ਹਿਰ ਦੇ ਵਿੱਚ ਆਪਾਂ ਸੇਫ ਹੀ ਨਹੀਂ ਹੈਗੇ, ਅਸੀਂ ਪੰਜਾਬ ਦੇ ਵਿੱਚ ਸੇਫ ਹੀ ਨਹੀਂ ਹੈਗੇ। ਹਾਲਾਂਕਿ ਜਿਹੜੀ AGTF ਹੈਗੀ ਉਹ ਆਪਣਾ ਕੰਮ ਕਰ ਰਹੀ ਆ, ਬਹੁਤ ਸਾਰੇ ਲੂਪਸ ਜਿਹੜੇ ਨੇ ਉਹ ਲੱਭੇ ਜਾ ਰਹੇ ਨੇ। ਸਿੱਧੂ ਮੂਸੇਵਾਲਾ ਕਤਲकांड ਦੇ ਬਾਅਦ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਨੇ, ਜਿਹੜੀਆਂ ਕਿ ਇਸ ਕਤਲकांड ਨਾਲ ਨਹੀਂ ਵੀ ਜੁੜੀਆਂ, ਉੱਥੇ ਵੀ ਹੱਥ ਪਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਦਾ ਸਫਾਇਆ ਕੀਤਾ ਜਾ ਸਕੇ। ਪਰ ਜਾਂ ਤੇ ਮੋਟਿਵ ਸਹੀ ਨਹੀਂ, ਜਾਂ ਗੈਂਗਸਟਰ ਜਿਹੜੇ ਨੇ ਉਹ ਜ਼ਿਆਦਾ ਸ਼ਾਤਰ ਨੇ, ਜਾਂ ਦਿੱਲੀ ਸੈੱਲ ਤੋਂ ਬਿਨਾਂ ਗੁਜ਼ਾਰਾ ਨਹੀਂ, ਜਾਂ ਫਿਰ ਆਪਣੇ ਬੂਤੇ ਤੇ ਚੀਜ਼ਾਂ ਜਿਹੜੀਆਂ ਨੇ ਉਹ ਕਰਨਾ ਚਾਹੁੰਦੇ ਨਹੀਂ। ਪਰ ਇੱਥੇ ਪੁਲਿਸ ਵਾਲਿਆਂ ਨੇ, ਇੱਥੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਤੇ ਖੇਡਿਆ। ਇੱਥੇ ਹੁਣ ਜਿੱਥੇ ਸਰਕਾਰ ਗਲਤ ਹੁੰਦੀ ਆ ਉੱਥੇ ਗਲਤ ਕਹਿੰਦੇ ਆ, ਜਿੱਥੇ ਸਹੀ ਹੁੰਦੀ ਆ ਉੱਥੇ ਸਹੀ ਕਹਿੰਦੇ ਆ। ਪਰ ਗੈਂਗਸਟਰਵਾਦ ਨੂੰ ਲੈ ਕੇ ਜਿਹੜੀ ਮਾਨ ਸਰਕਾਰ ਹੈ ਉਸਨੇ ਸੰਜੀਦਗੀ ਦਿਖਾਈ ਹੈ, ਪਰ ਹੁਣ ਇਹ ਸੰਜੀਦਗੀ ਕਿੱਥੋਂ ਤੱਕ ਜਾਂਦੀ ਹੈਗੀ ਆ, ਕਿਉਂਕਿ ਅੱਜ ਵੀ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਵੀ ਅੱਧੇ ਤੋਂ ਜ਼ਿਆਦਾ ਸਫਲਤਾ ਤੇ ਜਿਹੜੀ ਆ ਉਹ ਮਿਲ ਗਈ ਹੈਗੀ ਆ। ਸੋ ਅਜਿਹੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਇਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਾਈਲਾਈਟਡ ਹੈ। ਹਾਈਲਾਈਟਡ ਤਾਂ ਕਰਕੇ ਆ ਕਿਉਂਕਿ ਇੱਕ ਤਾਂ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਸਨ, ਉਸ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਨਾਲ ਇੱਕ ਇਮੋਸ਼ਨ ਅਟੈਚ ਹੋ ਗਿਆ ਤੇ ਇਹ ਉਹ ਪਰਿਵਾਰ ਨਹੀਂ, ਪੁੱਤ ਗਿਆ ਤੇ ਉਸ ਤੋਂ ਬਾਅਦ ਪੁੱਤ ਦੇ ਜਾਣ ਤੋਂ ਬਾਅਦ ਇਹ ਘਰ ਦੇ ਅੰਦਰ ਬਹਿ ਗਏ। ਉਹ ਪਰਿਵਾਰ ਹੈ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਆ, ਜਿਨ੍ਹਾਂ ਨੇ ਇਨਸਾਫ ਲਈ ਗੁਹਾਰ ਲਈ ਤੇ ਲਗਾ ਰਹੇ ਨੇ, ਵਾਰ-ਵਾਰ ਲਗਾ ਰਹੇ ਨੇ। ਜਿਹੜੇ ਅਬਰੋਡ ਜਾਂਦੇ ਨੇ, ਜਿਹੜੇ ਇੰਗਲੈਂਡ ਜਾਂਦੇ ਨੇ, ਉੱਥੇ ਜਾ ਕੇ ਵੀ ਉਹ ਉਸ ਦੀਆਂ ਹੀ ਗੱਲਾਂ ਕਰਦੇ ਨੇ ਤੇ ਇਨਸਾਫ ਦੀਆਂ ਗੱਲਾਂ ਕਰਦੇ ਨੇ। ਜੇ ਇੱਥੇ ਰਹਿੰਦੇ ਨੇ ਤੇ ਤਾਂ ਵੀ ਇਨਸਾਫ ਦੀਆਂ ਗੱਲਾਂ ਕਰਦੇ ਨੇ। ਹਰ ਐਤਵਾਰ ਜਦੋਂ ਹੱਥ ਦੇ ਵਿੱਚ ਮਾਈਕ ਹੁੰਦਾ ਹੈ ਉੱਥੇ ਉਹ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕਰਦੇ ਨੇ ਜਿਹੜੀਆਂ ਕਿ ਡਾਇਰੈਕਟ ਨਹੀਂ ਵੀ ਹੁੰਦੀਆਂ, ਪਰ ਇਨਡਾਇਰੈਕਟਲੀ ਉਹ ਕਿੱਥੇ ਨੂੰ ਪਹੁੰਚ ਜਾਂਦੀਆਂ ਨੇ। ਸੋ ਅਜਿਹੇ ਵਿੱਚ ਜਦੋਂ ਇੰਨਾ ਹਾਈਲਾਈਟ ਹੋ ਰਹੇ ਨੇ ਇਹ ਦੋਵੇਂ, ਬਲਕੌਰ ਸਿੰਘ ਤੇ ਉਹਨਾਂ ਦੀ ਪਤਨੀ ਯਾਨੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ, ਇਹ ਜਦੋਂ ਹਾਈਲਾਈਟ ਹੋ ਰਹੇ ਨੇ ਤੇ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਹੈ ਉਸੇ ਤਰ੍ਹਾਂ ਨਾਲ ਹੋ ਗਿਆ। ਹੁਣ ਜੇ ਅਸੀਂ ਜਾਈਏ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਜਾਈਏ ਤਾਂ ਖਤਰਾ ਜਿਹੜਾ ਹੈ ਉਹਨਾਂ ਦੀ ਜਾਨ ਨੂੰ ਵੀ ਹੈ, ਉਹਨਾਂ ਦੇ ਘਰ ਤੇ ਹਮਲਾ ਹੋ ਸਕਦਾ ਹੈ। ਇਹਦੇ ਦੋ ਕਾਰਨ ਮੰਨੇ ਜਾ ਰਹੇ ਹੈਗੇ ਆ। ਇੱਕ ਤਾਂ ਕਿਉਂ ਅਸੀਂ ਇਹ ਖਬਰ ਦੱਸ ਰਹੇ ਹਾਂ, ਕਿਉਂਕਿ ਇੱਕ ਤਾਂ ਦੱਸਿਆ ਜਾ ਰਿਹਾ ਹੈ ਕਿ ਇਨਪੁਟ ਆਈ ਹੈ ਕਿ ਘਰ ਤੇ ਹਮਲਾ ਹੋ ਸਕਦਾ ਹੈ। ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਧਮਕੀਆਂ ਲਗਾਤਾਰ ਆ ਰਹੀਆਂ ਨੇ ਤੇ ਇਸ ਧਮਕੀਆਂ ਦਾ ਜਿਹੜਾ ਜ਼ਿਕਰ ਹੈ ਉਹ ਪਹਿਲਾਂ ਵੀ ਆਇਆ ਸੀ ਤੇ ਧਮਕੀਆਂ ਦੇਣ ਵਾਲੇ ਕੁਝ ਕਰਦੇ ਨਹੀਂ, ਇਹ ਅਸੀਂ ਇੱਥੇ ਨਹੀਂ ਕਹਿ ਸਕਦੇ। ਜੋ ਗਰਜਤੇ ਹੈ ਉਹ ਬਰਸਤੇ ਨਹੀਂ, ਇਹ ਅਸੀਂ ਇੱਥੇ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਪਿੱਛੇ ਹਸ਼ਰ ਜਿਹੜੇ ਨੇ ਉਹ ਹੁੰਦੇ ਹੋਏ ਦੇਖੇ ਨੇ। ਤੇ ਜਦੋਂ ਬਾਰ-ਬਾਰ ਜਿਹੜਾ ਹੈ ਗੈਂਗਸਟਰਸ ਦਾ ਨਾਂ ਲਿਆ ਜਾਂਦਾ ਹੈ, ਬਾਰ-ਬਾਰ ਮਾਈਕ ਦੇ ਉੱਤੇ ਬੋਲਿਆ ਜਾਂਦਾ ਹੈ, ਬਾਰ-ਬਾਰ ਇਨਸਾਫ ਦੀ ਗੱਲ ਕਹੀ ਜਾਂਦੀ ਹੈ, ਬਾਰ-ਬਾਰ ਕੁਝ ਉਹਨਾਂ ਨਾਵਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਜਿਹੜਾ ਕਿ ਸ਼ਾਇਦ ਗੈਂਗਸਟਰਸ ਨੂੰ ਪਸੰਦ ਨਾ ਹੋਣ। ਕੁਝ ਗਾਇਕਾਂ ਦੇ ਨਾਂ ਲਏ ਜਾਂਦੇ ਨੇ, ਕੁਝ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਨਾਂ ਲਏ ਜਾਂਦੇ ਨੇ, ਕੁਝ ਅਜਿਹੇ ਨਾਂ ਲਏ ਜਾਂਦੇ ਨੇ ਜਿਹੜੇ ਇਨਡਾਇਰੈਕਟ ਤਰੀਕੇ ਦੇ ਨਾਲ ਨਾ ਤਾਂ ਨਹੀਂ ਲਏ ਜਾਂਦੇ ਪਰ ਫੋਕਸ ਜਿਹੜਾ ਹੈ ਉਹੀ ਹੁੰਦੇ ਤੇ ਆਮ ਇਨਸਾਨ ਸਮਝ ਜਾਂਦਾ ਕਿ ਕਿਸ ਦੇ ਬਾਰੇ ਗੱਲ ਹੋਈ ਹੈ। ਇਸ ਦੇ ਨਾਲ ਦੁਸ਼ਮਣੀਆਂ ਸ਼ਾਇਦ ਪੈਦਾ ਹੋ ਗਈਆਂ ਨੇ ਤੇ ਦੁਸ਼ਮਣੀਆਂ ਜਿਹੜੀਆਂ ਪੈਦਾ ਹੋਈਆਂ ਨੇ ਉਸ ਤੋਂ ਬਾਅਦ ਇਹ ਭੁਗਤਣਾ ਪੈ ਰਿਹਾ। ਉਹ ਕਹਿੰਦੇ ਕਿ ਬਈ ਹੁਣ ਪਿੱਛੇ ਜਦੋਂ ਗੋਲਡੀ ਬਰਾੜ ਦੀ ਗੱਲ ਜਿਹੜੀ ਸਾਹਮਣੇ ਆਈ ਸੀ, ਜਦੋਂ ਇੱਕ ਸੀਨੀਅਰ ਜਰਨਲਿਸਟ ਨੂੰ ਗੋਲਡੀ ਬਰਾੜ ਨੇ ਜਦੋਂ ਫੋਨ ਕੀਤਾ, ਜਿਹੜਾ ਦਾਵਾ ਕਰ ਰਿਹਾ ਸੀ ਕਿ ਮੈਂ ਗੋਲਡੀ ਬਰਾੜ ਹੀ ਆ ਉਹ ਬੰਦਾ, ਉਸਨੇ ਕਿਹਾ ਸੀ ਕਿ ਹੁਣ ਮੂਸੇਵਾਲਾ ਦੇ ਮਾਪਿਆਂ ਨੂੰ ਚਾਹੀਦਾ ਕੀ ਆ, ਸਾਰੇ ਲੋਕ ਤਾਂ ਫੜੇ ਗਏ ਆ, ਹੁਣ ਉਹਨਾਂ ਨੂੰ ਚਾਹੀਦਾ ਕੀ ਹੈ। ਜਦਕਿ ਮੂਸੇਵਾਲਾ ਦੇ ਮਾਪੇ ਅਕਸਰ ਇਹ ਕਹਿੰਦੇ ਰਹੇ ਨੇ ਕਿ ਜੜ ਨਹੀਂ ਫੜਦੇ, ਤੁਸੀਂ ਜੜ ਨਹੀਂ ਫੜਦੇ, ਗੋਲਡੀ ਕਿੱਥੇ ਆ, ਤੁਸੀਂ ਜੜ ਨਹੀਂ ਫੜਦੇ। ਬਹੁਤ ਸਾਰੇ ਲੋਕ ਜਿਹੜੇ ਨੇ ਇਸ ਦੇ ਵਿੱਚ ਇਨਵੋਲਵ ਨੇ, ਜੇ ਕਤਲ ਦੇ ਵਿੱਚ ਸਿੱਧੇ ਤਰੀਕੇ ਨਾਲ ਨਾ ਸਹੀ ਪਰ ਅਸਿੱਧੇ ਤਰੀਕੇ ਦੇ ਨਾਲ ਇਸ ਪੂਰੇ ਦੇ ਪੂਰੇ ਜਿਹੜਾ ਇਸ ਸਿੱਧੂ ਮੂਸੇਵਾਲਾ ਨੂੰ ਲੈ ਕੇ ਇੱਕ ਖਤਰਨਾਕ ਫਾਰਮੈਟ ਬਣਾਇਆ ਗਿਆ, ਉਸ ਫਾਰਮੈਟ ਦੇ ਵਿੱਚ, ਉਸ ਫਰੇਮ ਦੇ ਵਿੱਚ ਇਹ ਸ਼ਾਮਲ ਹੈਗੇ ਨੇ।
ਬਹੁਤ ਵਾਰੀ ਜਿਹੜਾ ਹੈ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਤੇ ਹੁਣ ਇਨਪੁਟਸ ਇਹ ਆਈਆਂ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ, ਘਰ ਦੇ ਉੱਤੇ ਹਮਲਾ ਹੋ ਸਕਦਾ, ਧਮਕੀਆਂ ਉਧਰ ਉਹਨਾਂ ਨੂੰ ਆ ਰਹੀਆਂ ਨੇ ਤੇ 150 ਮੀਟਰ ਦੀ ਰੇਂਜ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਮੁਲਾਜ਼ਮ ਇਕੱਠੇ ਇਹਨਾਂ ਨੇ ਕਰ ਦਿੱਤੇ ਹੈਗੇ ਆ। ਸੋ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਤੈਨਾਤਗੀ ਜਿਹੜੀ ਹੈ ਉਹ ਹੋ ਗਈ ਹੈਗੀ ਆ ਤੇ ਆਸ-ਪਾਸ ਘਰ ਦੇ ਆਸ-ਪਾਸ ਜਿਹੜੀ ਆ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪਿੰਡ ਮੂਸਾ ਨੂੰ ਪੂਰਾ ਦਾ ਪੂਰਾ ਸੀਲ ਕਰ ਦਿੱਤਾ ਗਿਆ ਹੈ। ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਇੱਥੇ ਲਈ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੀ ਜਿਹੜੀ ਇਹ ਇਨਪੁਟ ਮਿਲੀ ਹੈਗੀ ਆ ਕਿ ਘਰ ਦੇ ਬਾਹਰ ਇਹ ਤੈਨਾਤਗੀ ਹੋਈ ਹੈ 150 ਜਵਾਨਾਂ ਦੀ, ਜੋ 24 ਘੰਟੇ ਘਰ ਦੇ ਪਰਿਵਾਰ ਦੀ ਨਿਗਰਾਨੀ ਕਰਨਗੇ। ਉਥੇ ਘਰ ਦੇ ਬਾਹਰ ਨਿਗਰਾਨੀ ਦੇ ਲਈ LMG ਜਿਹੜੇ ਯੁਕਤ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਖੜਾ ਕੀਤਾ ਹੈਗਾ। ਸੋ ਪਿੰਡਾਂ ਨੂੰ ਆਉਣ ਤੇ ਜਾਣ ਵਾਲੀ ਹਰ ਸੜਕ ਤੇ ਨਾਕੇ ਲਗਾ ਦਿੱਤੇ ਗਏ ਨੇ ਤੇ ਚੈਕਿੰਗ ਹੋ ਰਹੀ ਹੈ। ਸੋ ਏਜੰਸੀਆਂ ਨੂੰ ਹਮਲੇ ਦੀ ਇਨਪੁਟ ਮਿਲੀ ਹੈਗੀ ਆ। ਸੋ ਇਸ ਪੂਰੇ ਹੱਤਿਆਕਾंड ਮਾਮਲੇ ਵਿੱਚ ਪੁਲਿਸ ਨੇ ਕੋਰਟ ਵਿੱਚ 7 ਆਰੋਪੀਆਂ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਵੀ ਤੁਹਾਨੂੰ ਦੱਸ ਦਈਏ 7 ਆਰੋਪੀਆਂ ਦੇ ਖਿਲਾਫ ਜਿਹੜਾ ਹੈ ਉਹ ਸਪਲੀਮੈਂਟਰੀ ਚਲਾਨ ਪੇਸ਼ ਹੋਇਆ। ਇਹ ਚਲਾਨ ਗੈਂਗਸਟਰ ਲਾਰੈਂਸ ਦੇ ਕਰੀਬੀਆਂ ਇਸ ਚ ਮਨੀ ਤੂਫਾਨ ਦਾ ਨਾਮ ਵੀ ਹੈਗਾ, ਫਿਰ ਮਨੀ ਰਈਆ ਦਾ ਨਾਮ ਵੀ ਹੈਗਾ, ਫਿਰ ਇਸ ਚ ਸ਼ੂਟਰ ਦੀਪਕ ਮੁੰਡੀ ਦਾ ਨਾਮ ਵੀ ਹੈਗਾ। ਇਸ ਦੇ ਇਲਾਵਾ ਸਿੱਧੂ ਮੂਸੇਵਾਲਾ ਦੇ ਗੁਆਂਢੀ ਜਿਹੜੇ ਜਗਤਾਰ ਸਿੰਘ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ। ਰੁਖ ਕਰਦੇ ਹਾਂ ਸਿਆਸਤਾਂ ਦਾ ਤੇ ਅੱਜ ਤੁਹਾਨੂੰ ਗੱਲ ਦੱਸਾਂ, ਮੈਂ ਪਹਿਲਾਂ ਵੀ ਕਹਿਣਾ ਚਾਹੁੰਦੀ ਸੀ ਕਿ ਅੱਜਕੱਲ ਰਾਜਾ ਵੜਿੰਗ ਨੂੰ ਸੁਣ ਕੇ ਨਾ ਮੈਨੂੰ ਬਹੁਤ ਮਜ਼ਾ ਆ ਰਿਹਾ। ਹਾਲਾਂਕਿ ਮੈਂ ਜਰਨਲਿਸਟ ਆ, ਮੈਨੂੰ ਇਦਾਂ ਮਜ਼ੇ ਨਹੀਂ ਲੈਣੇ ਚਾਹੀਦੇ, ਪਰ ਉਹ ਜੋ ਕਹਿੰਦੇ ਆ ਉਹ ਇਦਾਂ ਲੱਗਦਾ ਹੈ ਕਿ ਦਿਲੋਂ ਕਿਤੇ ਕੁਝ ਨਿਕਲ ਰਿਹਾ, ਮਤਲਬ ਕਿਤੇ ਬਹੁਤ ਤਗੜਾ ਕੁਝ ਸੜਿਆ ਹੋਵੇ, ਉਹ ਦਰਦ ਕਰਦਾ। ਫਿਰ ਉਸ ਤੋਂ ਬਾਅਦ ਉਹ ਟੀਸ ਨਿਕਲਦੀ ਤੇ ਉਹ ਟੀਸ ਜਿਹੜੀ ਆ ਉਹ ਮਾਈਕ ਦੇ ਉੱਤੇ ਨਿਕਲਦੀ ਹੈਗੀ ਆ। ਰਾਜਾ ਵੜਿੰਗ ਨੂੰ ਸੁਣ ਕੇ ਅੱਜਕੱਲ ਅਜਿਹਾ ਲੱਗ ਰਿਹਾ। ਸੋ ਗਰਮੈਸ਼ ਦੀ ਮੈਂ ਗੱਲ ਕੀਤੀ, ਟੀਸ ਦੀ ਗੱਲ ਕੀਤੀ, ਪਰ ਠੰਡ ਜਿਹੜੀ ਹੈ ਮੈਨੂੰ ਬਹੁਤ ਲੱਗ ਰਹੀ ਹੈ। ਮੈਂ ਬਾਹਰ ਖੜੀ ਹੋ ਕੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਖੈਰ ਰਾਜਾ ਵੜਿੰਗ ਤੇ ਵਾਪਸ ਆਉਣੇ ਹੈਗੇ ਆ, ਮੇਰੀ ਠੰਡ ਬਾਰੇ ਕੋਈ ਚੱਕਰ ਨਹੀਂ, ਪਰ ਰਾਜਾ ਵੜਿੰਗ ਤੇ ਇੱਥੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਚੱਕਰ ਪਾਤੇ ਨੇ। ਉਹ ਕਹਿ ਰਹੇ ਆ ਕਿ ਵੀ ਨਵਜੋਤ ਸਿੰਘ ਸਿੱਧੂ ਭਾਵੇਂ ਰਾਸ਼ਟਰੀ ਪ੍ਰਧਾਨ ਬਣ ਜਾਣ, ਕੌਮੀ ਪ੍ਰਧਾਨ ਬਣ ਜਾਣ, ਮੈਂ ਉਹਨਾਂ ਦੇ ਥੱਲੇ ਕੰਮ ਕਰਾਂਗਾ। ਪਰ ਫਿਰ ਉਹ ਕਹਿੰਦਾ ਟੀਸ ਨਿਕਲਦੀ ਆ। ਅੱਗੋਂ ਇੱਕ ਗੱਲ ਹੋਰ ਕਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਮੇਰੇ ਤੋਂ, ਲੋਕਾਂ ਨੂੰ ਮੇਰੇ ਤੋਂ ਪ੍ਰੋਬਲਮ ਹੁੰਦੀ ਆ, ਲੋਕ ਮੇਰੇ ਨਾਲ ਨਾ ਗੱਲ ਕਰਨ ਜਾਂ ਕੁਛ ਇਦਾਂ ਦੀ ਮੇਰੇ ਨਾਲ ਪ੍ਰੋਬਲਮ ਹੋਵੇ, ਪਰ ਰਾਜਾ ਵੜਿੰਗ ਨੂੰ ਕਿਸੇ ਨਾਲ ਕੋਈ ਪ੍ਰੋਬਲਮ ਜਿਹੜੀ ਹੈ ਉਹ ਨਹੀਂ ਹੈ। ਸੋ ਇਹ ਵੀ ਕਹਿ ਤੱਕ ਵੀ ਉਹਨਾਂ ਨੂੰ ਪ੍ਰੋਬਲਮ ਹੈ, ਪਰ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਮੈਂ ਪਾਰਟੀ ਦਾ ਸੱਚਾ ਸਿਪਾਹੀ ਹੈਗਾ, ਮੈਨੂੰ ਜਿੱਥੇ ਰੱਖਣਗੇ ਮੈਂ ਉੱਥੇ ਕੰਮ ਕਰ ਲਾਂਗਾ, ਮੈਂ ਕੰਮ ਕਰਨ ਵਾਲਾ ਬੰਦਾ, ਮੈਨੂੰ ਜੋ ਕਹਿਣਗੇ ਮੈਂ ਉਹ ਕਰ ਲਾਂਗਾ। ਸੋ ਰਾਜਾ ਵੜਿੰਗ ਨੇ ਆਪਣੇ ਆਪ ਨੂੰ ਬਹੁਤ ਹੀ ਕੀ ਕਵਾਂਗੇ ਸੱਚਾ ਸੁੱਚਾ ਦੱਸਦਿਆਂ ਹੋਇਆਂ ਬਾਕੀਆਂ ਦੇ ਉੱਤੇ ਚਿੱਕੜ ਤੇ ਉਛਾਲਿਆ, ਪਰ ਉਹ ਪਤਾ ਨਹੀਂ ਲੱਗਣ ਦਿੱਤਾ ਕਿ ਚਿੱਕੜ ਜਿਹੜਾ ਹੈ ਉਹ ਉਛਾਲਿਆ ਹੈਗਾ। ਸੋ ਬੜੀ ਸਮਾਰਟਲੀ ਉਹਨਾਂ ਨੇ ਹੈਂਡਲ ਕੀਤਾ ਤੇ ਉਹਨਾਂ ਨੇ ਉਹ ਅਕਸਰ ਮੀਡੀਆ ਨੂੰ ਕਹਿੰਦੇ ਮੀਡੀਆ ਗੱਲਾਂ ਬਣਾ ਕੇ ਦੱਸਦਾ ਹੈਗਾ, ਪਰ ਤੁਸੀਂ ਆਪ ਇੰਟਰਵਿਊ ਸੁਣ ਕੇ ਦੇਖ ਲਿਓ, ਤੁਹਾਨੂੰ ਕੀ ਲੱਗਦਾ ਆ ਵੀ ਬਾਈਟ ਸੁਣ ਕੇ ਦੇਖ ਲਿਓ ਕਿ ਜੋ ਮੈਂ ਕਹਿ ਰਹੀ ਹਾਂ ਕਿ ਉਹ ਗਲਤ ਕਹਿ ਰਹੀ ਹਾਂ, ਟੀਸ ਜਿਹੜੀ ਆ ਉੱਠ ਨਹੀਂ ਰਹੀ ਹੈਗੀ। ਕਿਉਂਕਿ ਉਹਨਾਂ ਤੋਂ ਸਵਾਲ ਕੀਤਾ ਗਿਆ ਸੀ ਸਿੱਧੂ ਦੀ ਰਿਹਾਈ ਨੂੰ ਲੈ ਕੇ ਤੇ ਉਹਨਾਂ ਨੇ ਕਿਹਾ ਵੀ ਜੀ ਸਦਕੇ ਆਉਣ, ਮੈਂ ਉਹਨਾਂ ਦਾ ਵੈਲਕਮ ਕਰਾਂਗਾ। ਪਰ ਜਿਸ ਤਰ੍ਹਾਂ ਨਾਲ ਉਹ ਕਹਿ ਰਹੇ ਸਨ ਕਿ ਮੈਂ ਉਹਨਾਂ ਦਾ ਵੈਲਕਮ ਕਰਾਂਗਾ, ਉਸ ਤਰ੍ਹਾਂ ਦੇ ਵੈਲਕਮਿੰਗ ਮੂਡ ਚੋਂ ਲੱਗ ਨਹੀਂ ਰਹੇ ਸੀ। ਬਾਕੀ ਤੁਹਾਨੂੰ ਪਤਾ ਹੀ ਹੈ ਅੰਦਰ ਦੀਆਂ ਸਾਰੀਆਂ ਗੱਲਾਂ ਕਿ ਹੁਣ ਸਿੱਧੂ ਆਉਣਗੇ ਤੇ ਉਹਨਾਂ ਦੇ ਹੱਥ 'ਚ ਜੇ ਕਾਂਗਰਸ ਕੁਛ ਦਿੰਦੀ ਹੈ ਤੇ ਕੁਛ ਬਹੁਤ ਵੱਡਾ ਹੋਏਗਾ। ਸੋ ਜਿਹੇ ਵਿੱਚ ਰਾਜਾ ਵੜਿੰਗ ਨੇ ਕਿਹਾ ਵੀ ਮੈਂ ਉਹਨਾਂ ਦੇ ਥੱਲੇ ਕੰਮ ਕਰਨ ਨੂੰ ਵੀ ਤਿਆਰ ਹਾਂ। ਹੁਣ ਚਲੋ ਵਕਤ ਜਿਹੜਾ ਹੈ ਥੋੜਾ ਜਿਹਾ ਰਹਿ ਗਿਆ, ਜੀ ਸਦਕੇ ਜੇ ਥੱਲੇ ਵੀ ਕੰਮ ਕਰਨਗੇ ਜਾਂ ਫਿਰ ਸਿੱਧੂ ਸਾਹਿਬ ਜ਼ਿੰਮੇਵਾਰੀ ਕੋਈ ਲੈਂਦੇ ਹੀ ਨਹੀਂ ਹੈ। ਜੇ ਉਹਨਾਂ ਦਾ ਸਿੱਧੂ ਸਾਹਿਬ ਦਾ ਤੇ ਕਦੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਹੈਗਾ ਕਿਉਂਕਿ ਉਹ ਆਪਣੇ ਮਨਮੌਜੀ ਹੈਗੇ ਨੇ, ਆਪਣੇ ਮੂਡ ਦੇ ਬੰਦੇ ਹੈਗੇ ਆ। ਪਰ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਵਾਸਤੇ ਕਿਤੇ ਇਨਸਿਕਿਉਰਿਟੀ ਵਾਲਾ ਫੈਕਟਰ ਜਿਹੜਾ ਹੈ ਉਹ ਰੈਡੀ ਹੁੰਦਾ ਹੋਇਆ ਨਜ਼ਰ ਆ ਰਿਹਾ। ਲੁਧਿਆਣਾ ਦੇ ਵਿੱਚ ਇੱਕ ਬੜਾ ਅਜੀਬੋ-ਗਰੀਬ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈਗਾ। ਲੁਧਿਆਣਾ ਦੇ ਵਿੱਚ ਅੱਜ 2 ਸਨੈਚਰਸ ਜਿਹੜੇ ਝਪਟਮਾਰ ਹੁੰਦੇ ਨੇ, ਉਹਨਾਂ ਦਾ ਹਸ਼ਰ ਜਿਹੜਾ ਹੈ ਬਹੁਤ ਜ਼ਿਆਦਾ ਬੁਰਾ ਕੀਤਾ ਗਿਆ, ਬਹੁਤ ਹੀ ਜ਼ਿਆਦਾ ਬੁਰਾ ਉਹਨਾਂ ਦਾ ਹਸ਼ਰ ਕੀਤਾ ਗਿਆ। 2 ਲੋਕ ਜਿਹੜੇ ਸੀ ਉਹ ਰੇਲਵੇ ਲਾਈਨ ਤੋਂ ਦਵਾਈਆਂ ਲੈ ਕੇ ਆ ਰਹੇ ਸੀ ਤੇ ਇਹ 2 ਸਨੈਚਰਸ ਉਹਨਾਂ ਕੋਲ ਲੁਟੇਰੇ ਪਹੁੰਚ ਗਏ ਤੇ ਇਹਨਾਂ ਦਾ ਮੋਬਾਈਲ ਤੇ ਹੋਰ ਸਮਾਨ ਜਿਹੜਾ ਹੈ, ਪੈਸੇ ਵਗੈਰਾ ਇਹ ਲੁੱਟਣ ਲੱਗੇ। ਅਜਿਹੇ ਵਿੱਚ ਉਹਨਾਂ ਦੋਵਾਂ ਨੇ ਜਿਹੜਾ ਰੌਲਾ ਪਾ ਦਿੱਤਾ, ਲੋਕ ਇਕੱਠੇ ਹੋ ਗਏ। ਫਿਰ ਲੋਕਾਂ ਨੇ ਕੀ ਕੀਤਾ, ਸੁਣ ਕੇ ਹੈਰਾਨ ਹੋ ਜਾਓਗੇ। ਲੋਕਾਂ ਨੇ ਇਹਨਾਂ ਦੇ ਕੱਪੜੇ ਉਤਾਰੇ, ਇਹਨਾਂ ਨੂੰ ਕਾਲਨੀ ਵਿੱਚ ਦੌੜਾਇਆ, ਇਹਨਾਂ ਨੂੰ ਡੰਡਿਆਂ ਨਾਲ ਮਾਰਿਆ ਤੇ ਈਵਨ
शरीर ते एक भी कपड़ा जड़ा है ਉਹ ਰਹਿਣ ਨਹੀਂ ਦਿੱਤਾ, ਪੂਰਾ ਨੰਗਾ ਕਰਕੇ ਘੁਮਾਇਆ। ਤੇ ਇਸ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਇਹ ਜਿਹੜੀ ਸਾਰੀ ਦੀ ਸਾਰੀ ਵੀਡੀਓ ਇਸ ਦੀ ਬਣਾਈ ਗਈ ਤੇ ਇਸ ਦੀ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ ਗਿਆ ਤੇ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਹਰ ਕਿਸੇ ਦੇ ਫੋਨ ਤੇ ਤੁਹਾਨੂੰ ਮਿਲੇਗੀ ਕਿ ਇਹ ਸਾਰਾ ਜਿਹੜਾ ਖਬਰਾਂ ਦੇ ਵਿੱਚ ਇੰਟਰਸਟ ਰੱਖਦਾ ਉਹਦੇ ਫੋਨ ਤੇ ਪੱਕਾ ਹੀ ਮਿਲੇਗੀ ਇਹ ਜਿਹੜਾ ਸਾਰਾ ਦਾ ਸਾਰਾ ਕਾਰੇ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਦੇ ਵਿੱਚ ਜੇ ਅਸੀਂ ਕ੍ਰਾਈਮ ਦੀ ਗੱਲ ਕਰੀਏ, ਅਸੀਂ ਪਿੱਛੇ ਖੁਸ਼ ਹੋ ਰਹੇ ਸੀਗੇ ਕਿ ਸਾਡਾ ਨੰਬਰ ਬਹੁਤ ਥੱਲੇ ਹੈ ਕ੍ਰਾਈਮ ਦੇ ਵਿੱਚ, ਸਾਡੇ ਮਤਲਬ ਸੂਬੇ 'ਚ ਤੇ ਕ੍ਰਾਈਮ ਜ਼ਿਆਦਾ ਹੈ ਹੀ ਨਹੀਂ। ਪਰ ਜੇ ਅਸੀਂ ਸਨੈਚਿੰਗ ਦੀਆਂ ਵਾਰਦਾਤਾਂ ਜਾਂ ਇਹ ਸਾਰੀਆਂ ਵਾਰਦਾਤਾਂ ਦੀ ਗੱਲ ਕਰੀਏ ਤਾਂ ਲੁਧਿਆਣੇ ਵਿੱਚ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ, ਕਿਉਂਕਿ ਖੁਦ ਮੈਂ ਲੁਧਿਆਣੇ ਦੀਆਂ ਖਬਰਾਂ ਤੇ ਬਹੁਤ ਫੋਕਸਡ ਰਹਿੰਦੀ ਹੈਗੀਆਂ ਤੇ ਉੱਥੇ ਜਿਹੜੀਆਂ ਸਨੈਚਿੰਗ ਤੇ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੁੰਦੀਆਂ। ਹੁਣ ਜਦੋਂ ਇਹ ਸਨੈਚਰਸ ਕਰ ਜਾਂਦੇ, ਪਿੱਛੇ ਖਬਰ ਆਈ ਸੀ ਜਦੋਂ ਸਨੈਚਿੰਗ ਕੀਤੀ ਇੱਕ ਜਨਾਨੀ ਦਾ ਕੰਨ ਜਿਹੜਾ ਹੈ ਉਹ ਪੱਟ ਕੇ ਲੈ ਗਏ ਸੀ ਤੇ ਉਹ ਕੰਨ ਦਾ ਟੁਕੜਾ ਜਿਹੜਾ ਉਸ ਦੀ ਵੀ ਤਸਵੀਰ ਜਿਹੜੀ ਆ ਉਹਨੂੰ ਵਾਇਰਲ ਕਰ ਦਿੱਤਾ ਸੀਗਾ ਕਿ ਕੰਨ ਦੇ ਟੁਕੜੇ ਦੀ ਤਸਵੀਰ ਜਦੋਂ ਵਾਇਰਲ ਕੀਤੀ। ਮਤਲਬ ਏਡੀ ਕਿ ਸ਼ਰਮ ਜਿਹੜੀ ਆ ਆਉਂਦੀ ਨਹੀਂ ਹੈਗੀ। ਪਰ ਕਾਨੂੰਨ ਆਪਣਾ ਕੰਮ ਕਰਦਾ ਹੈ, ਪਰ ਜਦੋਂ ਲੋਕ ਅਜਿਹਾ ਕਰਦੇ ਨੇ ਤੇ ਇੰਨੇ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਅੰਦਰੋਂ ਕਿਤੇ ਇਨਸਾਨੀਅਤ ਉਸ ਵਕਤ ਗਵਾਚ ਜਾਂਦੀ ਹੈ। ਗੁੱਸਾ ਸਮਝ ਆਉਂਦਾ ਹੈ, ਲੁਟੇਰਿਆਂ ਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ। ਇਸ ਕੇਸ ਵਿੱਚ ਮੈਂ ਇਦਾਂ ਨਹੀਂ ਕਹਿ ਸਕਦੀ ਹੈਗੀ। ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਹਾਂਜੀ ਬਿਲਕੁਲ ਮਿਲਣੀ ਚਾਹੀਦੀ ਹੈ। ਲੁੱਟਾਂ ਖੋਹਾਂ ਬੰਦ ਹੋਣੀਆਂ ਚਾਹੀਦੀਆਂ, ਹਾਂਜੀ ਬਿਲਕੁਲ ਹੋਣੀਆਂ ਚਾਹੀਦੀਆਂ, 100% ਹੋਣੀਆਂ ਚਾਹੀਦੀਆਂ। ਇਹ ਲੋਕ ਹਿੰਮਤ ਨਾ ਕਰਨ ਅਜਿਹਾ ਕਰਨ ਦੀ, ਬਿਲਕੁਲ ਅਜਿਹਾ ਹੋਣਾ ਚਾਹੀਦਾ। ਪਰ ਜੇ ਅਸੀਂ ਇਹ ਕਹੀਏ ਕਿ ਇਹਨਾਂ ਨੂੰ ਨੰਗਾ ਕਰਕੇ, ਇਹਨਾਂ ਨੂੰ ਕੁੱਟ-ਕੁੱਟ ਕੇ ਨੰਗੇ ਬਦਨ ਦੇ ਨੇਪਾਲੇ ਦੇ ਵਿੱਚ ਪੂਰੀ ਕਾਲਨੀ ਦੇ ਵਿੱਚ ਘੁਮਾ ਕੇ ਇਹਨਾਂ ਦੀ ਵੀਡੀਓ ਵਾਇਰਲ ਕੀਤੀ ਜਾਏ, ਕਿਤੇ ਨਾ ਕਿਤੇ ਸਾਡੀ ਸੋਚ 'ਚ ਤੇ ਸਾਡੇ ਇਸ ਪ੍ਰੋਸੈਸ 'ਚ ਦਿੱਕਤ ਹੈਗੀ ਆ। ਤੇ ਜਦੋਂ ਅਸੀਂ ਇਸ ਦਿੱਕਤ ਦੀ ਗੱਲ ਕਰ ਰਹੇ ਹਾਂ ਤੇ ਇਹ ਦਿੱਕਤ ਜਿਹੜੀ ਹੈ ਛੋਟੀ ਦਿੱਕਤ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਲੁੱਟਿਆ ਪਰ ਅਸੀਂ ਕੀ ਖੱਟਿਆ, ਸਾਡਾ ਕਿਰਦਾਰ ਕਿੱਥੇ ਰਹਿ ਗਿਆ। ਮੈਂ ਔਨ ਦ ਸਪੌਟ ਜਦੋਂ ਜਨਤਾ ਸਜ਼ਾ ਦਿੰਦੀ ਹੈ, ਇਹ ਬਹੁਤ ਸਾਰੇ ਲੋਕ ਇਸ ਨੂੰ ਸਹੀ ਮੰਨਦੇ ਨੇ, ਗਲਤ ਵੀ ਮੰਨਦੇ ਨੇ। ਸਜ਼ਾ ਦੇਣਾ ਇੱਕ ਹੋਰ ਗੱਲ ਹੈ, ਸਬਕ ਸਿਖਾਉਣਾ ਇੱਕ ਹੋਰ ਗੱਲ ਹੈ। ਤੁਸੀਂ ਕਿਸੇ ਦਾ ਜਿਹਦਾ ਅਗਲਾ ਬੰਦਾ ਦਵਾਈ ਲੈ ਕੇ ਆ ਰਿਹਾ, ਤੁਸੀਂ ਉਸ ਦਾ ਸਮਾਨ ਲੁੱਟ ਰਹੇ ਹੋ, ਉਹ ਪਤਾ ਨਹੀਂ ਕਿਸ ਹਾਲਾਤ 'ਚ ਹੋਣਾ। ਤੁਹਾਡੇ ਸਮਾਨ ਲੁੱਟਣ ਤੋਂ ਬਾਅਦ ਪਤਾ ਨਹੀਂ ਉਹਦੇ ਘਰ ਰੋਟੀ ਪਕੜੀ ਕਿ ਨਹੀਂ ਪਕੜੀ। ਚੋਰ, ਲੁਟੇਰੇ, ਸਨੈਚਰਸ ਇਹ ਗੱਲਾਂ ਨਹੀਂ ਸਮਝਦੇ, ਬਦਮਾਸ਼ ਇਹ ਗੱਲਾਂ ਨਹੀਂ ਸਮਝਦੇ, ਪਰ ਜਿਹੜੇ ਚੰਗੇ ਇਨਸਾਨ ਸਿਵਲਾਈਜ਼ਡ ਲੋਕ ਨੇ ਕੁਝ ਗੱਲਾਂ ਉਹ ਤੇ ਸਮਝਦੇ ਨੇ। ਇਨਸਾਨੀਅਤ ਥੋੜੀ ਜਿਹੀ ਜਿਉਂਦੀ ਰੱਖ ਲਈਏ, ਬਾਕੀ ਬਹੁਤ। ਹੁਣ ਤੁਸੀਂ ਕਹੋਗੇ ਕਿ ਮੈਂ ਜ਼ਿਆਦਾਤਰ ਪੰਜਾਬ ਸੈਂਟਰਿਕ ਖਬਰਾਂ ਲੈਣੀ ਆ ਦ ਬੈਨੀਪਾਲ ਸ਼ੋਅ ਦੇ ਵਿੱਚ, ਤੇ ਮੈਂ ਚੀਨ ਦੀ ਗੱਲ ਕਿਉਂ ਕਰਾਂਗੀ। ਪਰ ਇੱਥੇ ਚੀਨ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਚੀਨ ਤੋਂ ਬਾਅਦ ਅਸੀਂ ਸਾਰੇ ਪਿਛਲੀ ਵਾਰੀ ਠੱਗੇ ਗਏ ਸੀ ਕਰੋਨਾ ਨੂੰ ਲੈ ਕੇ। ਅਸੀਂ ਸਾਰੇ ਜਿਹੜੇ ਇਸ ਦੀ ਲਪੇਟ ਦੇ ਵਿੱਚ ਆਏ ਸੀ, ਅਸੀਂ ਸਾਰੇ ਭੁਗਤ ਰਹੇ ਸੀ ਤੇ ਅਜੇ ਵੀ ਉਸ ਦੇ ਆਫਟਰ ਇਫੈਕਟਸ ਅਸੀਂ ਭੁਗਤ ਰਹੇ ਹੈਗੇ ਆ। ਸੋ ਇੱਥੇ ਚੀਨ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਰੋਨਾ ਨੂੰ ਲੈ ਕੇ, ਤੇ ਕਿਸ ਤਰ੍ਹਾਂ ਨਾਲ ਦੁਨੀਆ ਦੇ ਕਿਸ ਹਿੱਸੇ ਵਿੱਚ ਕਿੰਨਾ ਜ਼ਿਆਦਾ ਖਤਰਾ ਹੈਗਾ। ਮੇਰੀ ਜ਼ੁਬਾਨ ਵੀ ਨਾ ਹੁਣ ਠੰਡ ਦੇ ਨਾਲ ਤੇ ਕਿਸ ਤਰ੍ਹਾਂ ਦਾ ਖਤਰਾ ਹੈਗਾ ਇਹ ਦੱਸਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਜਿਹੇ ਵਿੱਚ ਚੀਨ ਦੀ ਗੱਲ ਕਰਨੀ ਇੱਥੇ ਜ਼ਰੂਰੀ ਹੈ। ਬਾਕੀ ਦੇਸ਼ਾਂ ਦੀ ਵੀ ਗੱਲ ਕਰਾਂਗੇ ਤੇ ਨਾਲ ਪੰਜਾਬ ਦੇ ਉੱਤੇ ਵੀ ਆਵਾਂਗੇ ਕਿ ਕਰੋਨਾ ਦੇ ਹਾਲਾਤ ਜਿਹੜੇ ਨੇ ਉਹ ਆਖਰਕਾਰ ਕਿਸ ਤਰ੍ਹਾਂ ਦੇ ਹੈਗੇ ਆ। ਸੋ ਚੀਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਥੇ 20 ਦਿਨ ਸ਼ਮਸ਼ਾਨ ਘਾਟ ਲਈ ਵੇਟਿੰਗ ਕਰਨੀ ਪੈ ਰਹੀ ਹੈ। ਕਲਾਸਰੂਮਸ ਦੇ ਵਿੱਚ ਡ੍ਰਿਪਸ ਜਿਹੜੇ ਨੇ ਉਹ ਲੱਗ ਰਹੇ ਨੇ ਸਟੂਡੈਂਟਸ ਨੂੰ। ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਜਿਹੜੀਆਂ ਨੇ ਉਹ 100 ਗੁਣਾ ਮਹਿੰਗੀਆਂ ਹੋ ਗਈਆਂ ਨੇ। ਮਤਲਬ ਦਵਾਈਆਂ ਇੰਨੀਆਂ ਕੁ ਮਹਿੰਗੀਆਂ ਹੋ ਗਈਆਂ ਨੇ, ਕੁਝ ਕਹਿ ਨਹੀਂ ਸਕਦੇ ਹੈਗੇ। ਫਿਰ WHO ਫਿਰ ਉਹੀ ਕਹਿ ਰਿਹਾ ਹੈ ਕਿ ਚੀਨ ਜਿਹੜੇ ਹੈ ਉਹ ਆਪਣੇ ਅੰਕੜੇ ਲੁਕਾ ਰਿਹਾ, ਜਿੰਨੀਆਂ ਮੌਤਾਂ ਹੋ ਰਹੀਆਂ ਨੇ, ਜਿੰਨੇ ਲੋਕ ਇਸ ਨਾਲ ਪੀੜਤ ਹੈਗੇ ਨੇ, ਉਹ ਆਪਣੇ ਅੰਕੜੇ ਲੁਕਾ ਰਿਹਾ ਹੈਗਾ। ਸੋ ਮੇਨ ਗੱਲ ਹੈ ਹਾਲਾਤ ਇੱਥੇ ਵਿਗੜਦੇ ਜਾ ਰਹੇ ਨੇ। ਲੰਡਨ ਦੀ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਜਿਹੜੀ ਹੈਗੀ ਉਸਨੇ ਕਿਹਾ ਕਿ ਚੀਨ ਵਿੱਚ ਰੋਜ਼ਾਨਾ 10 ਲੱਖ ਕੇਸ ਆ ਰਹੇ ਨੇ ਅਤੇ 5000 ਜਿਹੜੀਆਂ ਉਹ ਮੌਤਾਂ ਹੋ ਰਹੀਆਂ ਨੇ। ਹਾਲਾਂਕਿ ਸਰਕਾਰੀ ਅੰਕੜੇ ਜਿਹੜੇ ਨੇ ਉਹ ਇਸ ਨੂੰ 4000 ਹੀ ਅਜੇ ਤੱਕ ਪਰ ਡੇ ਦੱਸ ਪਾਏ ਨੇ। ਰੋਜ਼ ਕਿਤੇ 5000 ਮੌਤਾਂ ਹੋਣਾ ਇਹ ਕੋਈ ਛੋਟੀ ਗੱਲ ਹੈਗੀ ਆ। ਸੋ ਚੀਨ ਤੇ ਚਾਈਨਾ ਕਮਿਊਨਿਸਟ ਪਾਰਟੀ ਤੇ ਨਜ਼ਰ ਰੱਖਣ ਵਾਲੀ ਜਿਹੜੀ ਹਿਊਮਨ ਰਾਈਟ ਐਕਟਿਵਿਸਟ ਹੈ ਉਸਨੇ ਕੁਝ ਪੋਸਟ ਕੀਤੇ ਆ
ਤੇ ਉਹਦੇ ਵਿੱਚ ਇਹ ਵੀ ਚੀਜ਼ਾਂ ਕੁਝ ਨਜ਼ਰ ਆ ਰਹੀਆਂ ਹੈਗੀਆਂ ਜਿਸ ਦੇ ਵਿੱਚ ਕਹਿੰਦੇ 20 ਦਿਨ ਸ਼ਮਸ਼ਾਨ ਘਾਟ ਦੀ ਵੇਟਿੰਗ ਹੈਗੀ ਆ। ਸੋ ਬ੍ਰਿਟੇਨ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕ੍ਰਿਸਮਸ ਦੀਆਂ ਛੁੱਟੀਆਂ ਆਪਣੇ ਘਰ ਵਿੱਚ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਨਾ ਮਿਲੋ। ਅਜੇ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਬਜ਼ੁਰਗਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਹੈਗੀ ਆ। ਉਧਰ ਸ਼ੰਘਾਈ ਦੇ ਇੱਕ ਹਸਪਤਾਲ ਵਿੱਚ ਅੰਦਾਜ਼ਾ ਲਾਇਆ ਜਾ ਰਿਹਾ ਕਿ ਚੀਨ ਵਿੱਚ ਅਗਲੇ ਹਫਤੇ ਦੇ ਅਖੀਰ ਤੱਕ 2.5 ਕਰੋੜ ਲੋਕ ਕਰੋਨਾ ਨਾਲ ਪੀੜਤ ਹੋਣਗੇ। 2.5 ਕਰੋੜ ਲੋਕ ਕਰੋਨਾ ਨਾਲ ਪੀੜਤ। ਉਸ ਤੋਂ ਬਾਅਦ WHO ਦਾ ਕਹਿਣਾ ਹੈ ਕਿ ਉਸ ਚੀਨ ਤੋਂ ਨਵੇਂ ਕਰੋਨਾ ਮਰੀਜ਼ਾਂ ਦਾ ਕੋਈ ਉਸਨੂੰ ਡੇਟਾ ਜਿਹੜਾ ਹੈ WHO ਨੂੰ ਹਾਸਲ ਨਹੀਂ ਹੋਇਆ, ਜਦਕਿ WHO ਬਹੁਤ ਵਾਰ ਡੇਟਾ ਬਾਰੇ ਕਹਿ ਚੁੱਕਿਆ, ਪਰ WHO ਨੂੰ ਇਹ ਡੇਟਾ ਜਿਹੜਾ ਹੈ ਉਹ ਹਾਸਲ ਨਹੀਂ ਹੋਇਆ। ਸੋ ਦੁਨੀਆ ਵਿੱਚ ਕੇਸ ਵਧ ਰਹੇ ਨੇ। US ਵਿੱਚ ਪੀੜਤਾਂ ਦਾ ਅੰਕੜਾ 10 ਕਰੋੜ ਦੇ ਪਾਰ ਪਹੁੰਚਿਆ, 10 ਕਰੋੜ ਦੇ ਪਾਰ। ਜਾਪਾਨ ਵਿੱਚ 8 ਮਹੀਨੇ ਵਿੱਚ 41 ਬੱਚਿਆਂ ਦੀ ਜਾਨ ਜਿਹੜੀ ਹੈ ਉਹ ਜਾ ਚੁੱਕੀ ਹੈ। ਸੋ ਬਾਕੀ ਦੀ ਦੁਨੀਆ ਜਿਹੜੀ ਹੈ ਉਹ ਕੀ ਕਹਿੰਦੀ ਹੈ? ਜਾਪਾਨ ਦੇ ਵਿੱਚ ਕਹਿੰਦੇ 8ਵੀਂ ਲਹਿਰ ਆਈ ਹੈ ਤੇ ਬੱਚਿਆਂ ਦੀਆਂ ਮੌਤਾਂ ਇੱਥੇ ਜ਼ਿਆਦਾ ਹੋ ਰਹੀਆਂ ਨੇ। ਯੂਐਸ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ 10 ਕਰੋੜ ਦਾ ਪਾਰ ਜਿਹੜਾ ਹੈ ਉਹ ਅੰਕੜਾ ਕਰ ਗਿਆ ਹੈਗਾ। ਸਾਊਥ ਕੋਰੀਆ ਤੇ ਫਰਾਂਸ ਜਿਹੜਾ ਹੈ 24 ਘੰਟੇ ਵਿੱਚ 1.25 ਲੱਖ ਨਵੇਂ ਕੇਸ ਆਏ ਨੇ। ਬ੍ਰਾਜ਼ੀਲ ਤੇ ਜਰਮਨੀ ਵਿੱਚ 24 ਘੰਟੇ ਵਿੱਚ 350 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਸੋ ਅਜਿਹੇ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸ ਦਿੱਤੀਆਂ। ਹੁਣ ਇਸ ਬਾਬਤ ਪੰਜਾਬ ਕੀ ਕਰ ਰਿਹਾ ਹੈ ਇਹ ਦੱਸਣਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਵੀ ਕਰੋਨਾ ਦੀਆਂ ਤਿਆਰੀਆਂ ਦੀ ਸਮੀਖਿਆ ਜਿਹੜੀ ਹੈ, ਕਰੋਨਾ ਦੀ ਤੋਂ ਬਚਾਅ ਦੀਆਂ ਤਿਆਰੀਆਂ ਦੀ ਸਮੀਖਿਆ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਆ। ਸੋ ਮੀਟਿੰਗ ਜਿਹੜੀ ਆ ਹੋਈ, ਡੀਸੀ ਜਾਇਜ਼ਾ ਲੈਣਗੇ, ਪੰਜਾਬ ਦੇ ਵਿੱਚ ਕੰਟਰੋਲ ਰੂਮ ਬਣਨਗੇ ਜਿਹੜੇ ਕਿ ਇਸ ਸਭ ਦਾ ਧਿਆਨ ਰੱਖਣਗੇ। ਨਾਲ ਦੇ ਨਾਲ ਸਮੀਖਿਆ ਜਿਹੜੀ ਹੈ ਇੱਥੇ ਕੀਤੀ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮਾਸਕ ਪਾਉਣ ਦੀ ਅੱਜ ਸੀਐਮ ਭਗਵੰਤ ਮਾਨ ਨੇ ਅਪੀਲ ਕਰ ਦਿੱਤੀ ਹੈ ਕਿ ਸਾਰੇ ਦੇ ਸਾਰੇ ਲੋਕ ਉਹਨਾਂ ਹੀ ਪਹਿਲੇ ਵਾਲੀਆਂ ਇਹਤਿਆਤਾਂ ਤੇ ਆ ਜਾਓ ਤੇ ਮਾਸਕ ਜਿਹੜਾ ਹੈ ਉਹ ਜ਼ਰੂਰ ਪਾਓ। ਪਰ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਹੈਗੀ ਆ, ਕੇਂਦਰ ਦੇ ਕੋਵਿਡ ਟੈਸਟਿੰਗ ਜਿਹੜੀ ਆ ਵਧਾਉਣ ਦੇ ਹੁਕਮ ਆਏ ਨੇ। ਕੇਂਦਰ ਇਹ ਕਹਿ ਰਿਹਾ ਹੈਗਾ ਕਿ ਵੱਧ ਤੋਂ ਵੱਧ ਟੈਸਟਿੰਗ ਕਰੋ, ਤੁਸੀਂ ਟੈਸਟਿੰਗ ਵੱਲ ਧਿਆਨ ਨਹੀਂ ਦੇ ਰਹੇ। ਸੋ ਇਸ ਨੂੰ ਲੈ ਕੇ ਬਾਕੀ ਸਭ ਚੀਜ਼ਾਂ ਤੇ ਪੰਜਾਬ ਸਹੀ ਕਰ ਰਿਹਾ, ਪਰ ਜਿੱਥੇ ਟੈਸਟਿੰਗ ਦੀ ਗੱਲ ਆਉਂਦੀ ਹੈਗੀ ਆ ਉੱਥੇ ਥੋੜਾ ਕਮਜ਼ੋਰ ਲੱਗ ਰਿਹਾ ਹੈਗਾ ਕਿਉਂਕਿ 22 ਦਸੰਬਰ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਕਰੋਨਾ ਟੈਸਟਿੰਗ ਦੇ ਲਈ ਸੈਂਪਲਿੰਗ 50 ਤੋਂ ਵੀ ਇੱਥੇ ਘਟ ਰਹੀ ਹੈਗੀ ਆ ਤੇ ਇਥੋਂ ਤੱਕ ਕਿ 2 ਜ਼ਿਲ੍ਹੇ ਫਰੀਦਕੋਟ ਤੇ ਫਾਜ਼ਿਲਕਾ ਵਿੱਚ ਤਾਂ ਸਿਰਫ 4 ਲੋਕਾਂ ਦੇ ਹੀ ਕਰੋਨਾ ਜਾਂਚ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਪੋਜ਼ਿਟਿਵ ਮਰੀਜ਼ਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਪੰਜਾਬ ਦੇ ਵਿੱਚ ਇਸ ਵਕਤ ਦੇ ਵਿੱਚ ਜਿਹੜੀ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ, ਪਰ ਅੱਗੇ ਜਾ ਕੇ ਇਹ ਕੋਵਿਡ ਟੈਸਟਿੰਗ ਵਿੱਚ ਤੇਜ਼ੀ ਨਾ ਹੋਈ, ਅਸੀਂ ਇਗਨੋਰ ਕੀਤਾ ਤੇ ਚੀਜ਼ਾਂ ਜਿਹੜੀਆਂ ਨੇ ਉਹ ਵੱਧ ਤੋਂ ਬੱਤਰ ਹੋ ਸਕਦੀਆਂ ਨੇ, ਜਿਹੜੀਆਂ ਕਿ ਨਾ ਹੋਣ, ਰੱਬ ਕਰੇ ਨਾ ਹੋਣ, ਕਿਤੇ ਵੀ ਨਾ ਹੋਣ, ਚੀਨ ਦੇ ਵਿੱਚ ਵੀ ਨਾ ਹੋਣ। ਰਿਸਪੌਂਸਿਬਲ ਉਹ ਲੋਕ ਨੇ ਪਰ ਤਾਂ ਵੀ ਉਹਨਾਂ ਨਾਲ ਵੀ ਮਾੜਾ ਨਾ ਹੋਵੇ ਕਿਉਂਕਿ ਇੱਕ ਤਾਂ ਮਾੜਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ, ਦੂਜੀ ਗੱਲ ਇਹ ਹੈ ਕਿ ਉਹਨਾਂ ਨਾਲ ਮਾੜੀ ਹੁੰਦੀ ਹੈ ਤੇ ਉਹ ਮਾੜੀ ਪੂਰੀ ਦੁਨੀਆ ਦੇ ਉੱਤੇ ਆਉਂਦੀ ਹੈ ਤੇ ਅਜਿਹਾ ਨਾ ਹੋਵੇ। ਇਹਤਿਆਤ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕਰੋਨਾ ਨੂੰ ਲੈ ਕੇ ਮੋਟੀ ਜਿਹੜੀ ਅੱਜ ਤੱਕ ਦੀ ਗੱਲ ਰਹੀ, ਅੰਕੜੇ ਰਹੇ, ਉਹ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਕੋਈ ਚੀਜ਼ ਰਹਿ ਗਈ ਤੇ ਉਹਨੂੰ ਅਸੀਂ ਕਵਰ ਕਰ ਲਾਂਗੇ। ਹੁਣ ਜਾਂਦਿਆਂ ਇੱਕ ਖਬਰ ਅਜਿਹੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਕੁਝ ਲੋਕ ਹੱਸਣਗੇ, ਕੁਝ ਲੋਕ ਹੈਰਾਨ ਹੋਣਗੇ, ਪਰ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਜਦੋਂ ਹਾਲਤ, ਉਹਨਾਂ ਦੇ ਦਿਲ ਦੀ ਹਾਲਤ ਤੁਸੀਂ ਸਮਝੋਗੇ ਤਾਂ ਸ਼ਾਇਦ ਕੋਈ ਸਮਝ ਸਕੇਗਾ ਕਿਉਂਕਿ ਇਹ ਉਦਾਂ ਗੱਲ ਮਹਾਰਾਸ਼ਟਰ ਦੀ ਹੈਗੀ, ਮੈਂ ਪਹਿਲਾਂ ਹੀ ਦੱਸਦਾ, ਪਰ ਇਹ ਗੱਲ ਮੈਨੂੰ ਲੱਗਿਆ ਕਿ ਮੈਂ ਜਾਂਦੇ ਜ਼ਰੂਰ ਕਰਕੇ ਜਾਊਂਗੀ ਤੁਹਾਡੇ ਨਾਲ। ਗੱਲ ਏਦਾਂ ਆ ਕਿ ਇੱਥੇ ਅੱਜ ਇੱਕ ਪ੍ਰਦਰਸ਼ਨ ਹੁੰਦਾ ਹੈਗਾ ਮਹਾਰਾਸ਼ਟਰ ਦੇ ਵਿੱਚ ਤੇ ਇਹ ਪ੍ਰਦਰਸ਼ਨ ਕਰਦੇ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ, ਕੁਆਰੇ ਮੁੰਡੇ, ਤੇ ਇਹ ਲਾੜੇ ਬਣ ਕੇ ਪ੍ਰਦਰਸ਼ਨ ਕਰਦੇ ਨੇ। ਉਹ ਕਹਿੰਦੇ ਨੇ ਵੀ ਉਹਨਾਂ ਨੇ ਕਲੈਕਟਰ ਨੂੰ ਮੰਗ ਪੱਤਰ ਸੌਂਪਿਆ ਹੈਗਾ ਤੇ ਉਸ ਮੰਗ ਪੱਤਰ ਦੇ ਵਿੱਚ ਕੀ ਹੈ ਜਾਣ ਕੇ ਹੈਰਾਨ ਹੋ ਜਾਓਗੇ। ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਸਾਨੂੰ ਲਾੜੀਆਂ ਮੁਹੱਈਆ ਕਰਾਈਆਂ ਜਾਣ। ਜਿਹੜੀ ਰੇਸ਼ੋ ਹੈਗੀ ਆ ਮੁੰਡਿਆਂ ਦੀ ਤੇ ਕੁੜੀਆਂ ਦੀ ਉਹ ਗੜਬੜਾਈ ਹੋਈ ਹੈ, ਉਸ ਕਰਕੇ ਕੁੜੀਆਂ ਜਿਹੜੀਆਂ ਨੇ ਉਹ ਮਿਲ ਨਹੀਂ ਰਹੀਆਂ ਤੇ ਇਹ ਸਾਰੇ ਦੇ ਸਾਰੇ ਆਪਣਾ ਬੈਂਡ ਬਾਜਾ ਬਰਾਤ ਲੈ ਕੇ ਅੱਗੇ ਨੂੰ ਵਧੇ ਤੇ ਕਿਹਾ ਕਿ ਸਾਨੂੰ ਜਿਹੜੀ ਹੈ ਉਹ ਲਾੜੀ ਦਿਵਾਓ ਤੇ ਆਪਣੀਆਂ ਮੰਗਾਂ ਕੁਝ ਰੱਖੀਆਂ ਤੇ ਇੱਕ ਬੜੀ ਹੀ ਸੈਂਸਿਬਲ ਜਿਹੜੀ ਹੈ ਉਹ ਵੀ ਮੰਗ ਰੱਖੀ ਗਈ। ਉਸ ਬਾਰੇ ਵੀ ਤੁਹਾਨੂੰ ਦੱਸ ਦੇਣੀ ਹੈਗੀ ਆ ਕਿ ਇਹ ਜਿਹੜੀ ਮੰਗ ਰੱਖੀ ਗਈ, ਇਹਨਾਂ ਨੇ ਇਹ ਮੰਗ ਰੱਖੀ ਹੈਗੀ ਆ ਕਿ ਜਿਹੜੀ PCPNDT ਐਕਟ ਹੈਗੀ ਉਹਨੂੰ ਸਖਤੀ ਨਾਲ ਲਾਗੂ ਕੀਤਾ ਜਾਏ। ਇਹ ਹੈਗੀ ਆ ਕਿ ਜਿਹੜੀ ਇਹਨਾਂ ਦਾ ਬੈਲੈਂਸ ਬਰਕਰਾਰ ਰੱਖਣਾ ਹੁੰਦਾ ਪੁਰਸ਼ ਮਹਿਲਾ ਦਾ, ਉਸ ਸੁਧਾਰ ਦੇ ਲਈ ਪ੍ਰੀ ਕਨਸੈਪਸ਼ਨ ਐਂਡ ਪ੍ਰੀ ਨੇਟਲ ਡਾਇਗਨੋਸਟਿਕ
ਜਿਹੜੀ ਟੈਕਨੀਕਸ ਐਕਟ ਜਿਹੜੀ ਹੈਗੀ ਆ ਉਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਜਾਏ। ਕਹਿੰਦੇ ਕਹਿੰਦੇ ਵੀ ਲੋਕ ਜਿਹੜੇ ਨੇ ਉਹ ਸਾਡੇ ਤੇ ਹੱਸਦੇ ਨੇ, ਲੋਕ ਹੱਸਦੇ ਨੇ, ਪ੍ਰਦਰਸ਼ਨਕਾਰੀ ਕਹਿ ਰਹੇ ਨੇ ਕਿ ਇਹਨਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ, ਇਹ ਬੁੜੇ ਹੋ ਚੱਲੇ ਨੇ, ਇਹਨਾਂ ਦਾ ਵਿਆਹ ਨਹੀਂ ਹੋਇਆ, ਸਾਡੀ ਉਮਰ ਕਿਤੇ ਲੰਘ ਗਈ ਹੈ, ਸਾਨੂੰ ਕੁੜੀ ਨਹੀਂ ਮਿਲ ਰਹੀ। ਸੋ ਮੰਗ ਪੱਤਰ ਸੌਂਪਿਆ ਗਿਆ ਕਿ ਸਾਨੂੰ ਜਿਹੜੀ ਹੈ ਕੁੜੀ ਦਿਵਾਓ। ਸੋ ਬਹੁਤ ਅਨੋਖਾ ਪ੍ਰਦਰਸ਼ਨ ਸੀ, ਪੂਰਾ ਬੈਂਡ ਬਾਜਾ ਬਰਾਤ ਦੇ ਨਾਲ ਪਹੁੰਚੇ ਜਿਵੇਂ ਲਾੜੇ ਹੋਣ, ਪਰ ਲਾੜੇ ਸੀ ਨਹੀਂ, ਲਾੜੇ ਇਹ ਬਣਨਾ ਚਾਹੁੰਦੇ ਸੀ। ਸੋ ਅਜਿਹੇ ਵਿੱਚ ਅੱਜ ਦਾ ਇਹ ਬੁਲੇਟਿਨ ਜਿਹੜਾ ਹੈ, ਬੁਲੇਟਿਨ ਕਹੀਏ, ਪ੍ਰੋਗਰਾਮ ਕਹੀਏ ਜਾਂ ਗੱਲਬਾਤ ਕਹੀਏ, ਜੋ ਵੀ ਹੈ ਉਸ ਨੂੰ ਵਿਰਾਮ ਦੇਣ ਦਾ ਵਕਤ ਜਿਹੜਾ ਹੈ ਉਹ ਆ ਗਿਆ ਹੈਗਾ। ਤੁਹਾਡੇ ਨਾਲ ਮੇਰਾ ਜੀ ਲੱਗਣਾ ਸ਼ੁਰੂ ਹੋ ਗਿਆ। ਵੱਧ ਤੋਂ ਵੱਧ ਪ੍ਰੋਗਰਾਮ ਜਿਹੜਾ ਉਹ ਦੇਖਿਆ ਕਰੋ, ਕਿਉਂਕਿ ਜਦੋਂ ਇਦਾਂ ਹੋਏਗਾ ਬੈਨੀਪਾਲ ਸਾਹਿਬ ਵਾਪਸ ਆਉਣਗੇ ਤਾਂ ਮੇਰੇ ਬਾਰੇ ਉਹਨਾਂ ਨਾਲ ਗੱਲ ਕਰਨਾ ਜ਼ਰੂਰ ਕਿ ਵੀ ਪ੍ਰੋਗਰਾਮ ਜਿਹੜਾ ਹੈ ਉਹ ਕਿੱਦਾਂ ਦਾ ਹੋਇਆ, ਕਿਉਂਕਿ ਅਸੀਂ ਕੁਝ ਵਕਤ ਬਾਅਦ ਥੋੜਾ ਜੁਦਾ ਹੋ ਜਾਾਂਗੇ, ਪਰ ਬਾਅਦ ਚੋਂ ਸ਼ਾਇਦ ਕਦੀ ਕਿਸੇ ਹੋਰ ਫਾਰਮ 'ਚ ਮਿਲੇ। ਪਰ ਦਿਨ ਜਿਹੜੇ ਨੇ ਉਹ ਕੋਈ ਬਹੁਤੇ ਨਹੀਂ ਹੁਣ ਰਹਿ ਗਏ ਹੈਗੇ, ਬੜੀ ਛੇਤੀ ਉਹਨਾਂ ਨੇ ਤੁਹਾਡੇ ਕੋਲ ਵਾਪਸ ਆ ਜਾਣਾ ਹੈਗਾ, ਤੇ ਜਨਵਰੀ ਦੇ ਮਿਡ ਤੱਕ ਉਹਨਾਂ ਨੇ ਤੁਹਾਡੇ ਕੋਲ ਵਾਪਸ ਆ ਜਾਣਾ ਹੈਗਾ। ਤੇ ਅਜਿਹੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇੱਕ ਦੋ ਵਾਰ ਤੁਹਾਡੇ ਨਾਲ ਆ ਕੇ ਮਿਲ ਜ਼ਰੂਰ ਸਕਣ, ਰਾਬਤਾ ਜ਼ਰੂਰ ਕਾਇਮ ਕਰਨ, ਕਿਉਂਕਿ ਜਿਸ ਦਾ ਸ਼ੋਅ ਹੈ ਰੌਣਕ ਜਿਹੜੀ ਹੈ ਉਹੀ ਹੁੰਦਾ ਹੈਗਾ। ਬਾਕੀ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਹੋਇਆ ਕਰੇ ਤਾਂ ਜ਼ਰੂਰ ਦੱਸ ਦਿਆ ਕਰੋ। ਆਪਣੇ ਵੱਲੋਂ ਕੋਸ਼ਿਸ਼ ਇਹ ਰਹਿੰਦੀ ਆ ਕਿ ਇੱਕ ਇਸ ਤਰੀਕੇ ਨਾਲ ਖਬਰਾਂ ਦਸੀਆਂ ਜਾਣ ਜਿਵੇਂ ਜਿਹਨੂੰ ਕੋਈ ਵੀ ਸਮਝ ਸਕੇ, ਹੈ ਨਾ। ਨਹੀਂ ਤੇ ਉਹ ਜਿਹੜੀਆਂ ਅਟਮੋਸਟ ਟਰਮਸ ਹੁੰਦੀਆਂ ਮੈਨੂੰ ਵੀ ਯੂਜ਼ ਕਰਨੀਆਂ ਆਉਂਦੀਆਂ ਹੈਗੀਆਂ, ਬਹੁਤ ਸਾਲ ਹੋ ਗਏ ਇਸ ਪੂਰੀ ਜਰਨਲਿਸਟਿਕ ਫੀਲਡ ਦੇ ਵਿੱਚ। ਪਰ ਇੰਨੀ ਕੁ ਗੱਲ ਹੈਗੀ ਆ ਕਿ ਮੈਨੂੰ ਖਬਰਾਂ ਪੜ੍ਹਨੀਆਂ ਚੰਗੀਆਂ ਨਹੀਂ ਲੱਗਦੀਆਂ, ਮੈਨੂੰ ਖਬਰਾਂ ਦੱਸਣੀਆਂ ਚੰਗੀਆਂ ਨਹੀਂ ਲੱਗਦੀਆਂ, ਮੈਨੂੰ ਖਬਰਾਂ ਬਾਰੇ ਗੱਲਾਂ ਕਰਨੀਆਂ ਤੇ ਉਹਨਾਂ ਬਾਰੇ ਡਿਸਕਸ਼ਨ ਕਰਨੀ ਚੰਗੀ ਲੱਗਦੀ ਹੈਗੀ ਆ, ਤੇ ਉਹੀ ਮੈਂ ਇੱਥੇ ਕਰਦੀ ਹੈਗੀ ਆ। ਬਾਕੀ ਕਿਸੇ ਨੂੰ ਪਸੰਦ ਹੁੰਦਾ, ਕਿਸੇ ਨੂੰ ਨਹੀਂ ਵੀ ਹੁੰਦਾ, ਉਹਨਾਂ ਨੂੰ ਹੁੰਦਾ ਕਿ ਵੀ ਛੇਤੀ ਛੇਤੀ ਖਬਰ ਦਿਓ ਤੇ ਜਾਓ, ਪਰ ਹਰ ਕਿਸੇ ਦਾ ਆਪਣਾ ਅੰਦਾਜ਼ ਹੁੰਦਾ। ਸੋ ਜੇ ਕਿਸੇ ਨੂੰ ਨਹੀਂ ਪਸੰਦ ਤੇ ਇਸ ਲਈ ਮਾਫੀ, ਪਰ ਕੋਸ਼ਿਸ਼ ਇਹੀ ਆ, ਹਮੇਸ਼ਾ ਇਹੀ ਕਹਿੰਦੀ ਆ ਕਿ ਕੋਈ ਖਬਰ ਮਿਸ ਨਾ ਹੋਵੇ, ਇਸ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹਾਈਲਾਈਟਡ ਖਬਰਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਗੱਲ ਕਰਨੀ ਜ਼ਰੂਰੀ ਹੁੰਦੀ ਹੈ, ਜਿਹੜੀਆਂ ਮੈਨੂੰ ਲੱਗਦੀਆਂ ਹੈਗੀਆਂ ਕਿ ਕੁਛ ਇੱਕ ਇੰਟਰਸਟ ਪੈਦਾ ਕਰਦੀਆਂ ਨੇ, ਉਹ ਵੀ ਅਸੀਂ ਖਬਰਾਂ ਦੱਸਦੇ ਹਾਂ, ਕਿਉਂਕਿ ਦਰਸ਼ਕ ਵੀ ਤਾਂ ਜੋੜ ਕੇ ਰੱਖਣੇ ਨੇ ਨਾ। ਹਮੇਸ਼ਾ ਹਰ ਕੋਈ ਸਿੱਧੂ ਸਾਹਿਬ ਬਾਰੇ ਨਹੀਂ ਸੁਣਨਾ ਚਾਹੁੰਦਾ, ਹਰ ਕੋਈ ਕੈਪਟਨ ਸਾਹਿਬ ਬਾਰੇ ਨਹੀਂ ਸੁਣਨਾ ਚਾਹੁੰਦਾ, ਹਮੇਸ਼ਾ ਹਰ ਕੋਈ ਮੋਦੀ ਸਾਹਿਬ ਬਾਰੇ ਨਹੀਂ ਸੁਣਨਾ ਚਾਹੁੰਦਾ, ਹਮੇਸ਼ਾ ਹਰ ਕੋਈ ਸੀਐਮ ਭਗਵੰਤ ਮਾਨ ਸਾਹਿਬ ਬਾਰੇ ਨਹੀਂ ਸੁਣਨਾ ਚਾਹੁੰਦਾ। ਸੋ ਜਦੋਂ ਇਹ ਸਾਬਾਂ ਤੋਂ ਥੋੜਾ ਜਿਹਾ ਧਿਆਨ ਹਟੇ ਤਾਂ ਦੁਨੀਆ ਹੋਰ ਵੀ ਹੈਗੀ ਆ, ਇਹ ਮੇਰੀ ਹਮੇਸ਼ਾ ਦੱਸਣ ਦੀ ਕੋਸ਼ਿਸ਼ ਹੁੰਦੀ ਆ। ਬਾਕੀ ਤੁਸੀਂ ਆਪਣਾ ਬਹੁਤ ਬਹੁਤ ਧਿਆਨ ਰੱਖਿਓ। ਮੈਨੂੰ ਬਹੁਤ ਠੰਡ ਲੱਗ ਰਹੀ ਹੈ, ਹੁਣ ਮੈਂ ਜਾ ਰਹੀ ਹਾਂ ਅੰਦਰ, ਮੈਂ ਬਹੁਤ ਦੇਰ ਤੋਂ ਬਾਹਰ ਖੜੀ ਹੈਗੀ ਆ ਤੇ ਬਿਮਾਰ ਨਾ ਹੋ ਜਾ, ਹੈ ਨਾ। ਕੋਸ਼ਿਸ਼ ਕਰਾਂਗੀ ਕਿ ਕੱਲ ਕੋਈ ਜਗ੍ਹਾ ਲੱਭ ਕੇ ਹੋਰ ਤੁਹਾਡੇ ਸਾਹਮਣੇ ਆਵਾਂ, ਪਰ ਅੱਜ ਜਗ੍ਹਾ ਲੱਭੀ ਨਹੀਂ, ਸੋ ਤਾਂ ਕਰਕੇ ਇੱਥੇ ਹੈਗੀ ਆ। ਜੇ ਆਵਾਜ਼ 'ਚ ਵੀ ਤੁਹਾਨੂੰ ਥੋੜੀ ਬਹੁਤ ਗੜਬੜ ਲੱਗ ਰਹੀ ਹੋਵੇ ਤਾਂ ਇਸ ਲਈ ਵੀ ਮਾਫੀ ਚਾਹਾਂਗੀ, ਕਿਉਂਕਿ ਮੇਰੇ ਕੋਲ ਇਸ ਜਗ੍ਹਾ ਤੇ ਸੈਟਅਪ ਜਿਹੜਾ ਹੈ ਉਹ ਇੰਨਾ ਹੀ ਹੈਗਾ। ਆਪਣਾ ਬਹੁਤ ਬਹੁਤ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।